ਤੇ ਮੈਂ ਕੀ ਬਣਾ, ਮੈਨੂੰ ਦੱਸ, ਚੱਲ ਦੱਸ ਕੀ ਬਣਾ ਮੈਂ। ਉਹ ਤੈਨੂੰ ਪਤਾ ਹੋਣਾ ਤੂੰ ਕਿਹੜੇ ਇਸਲਾਮ ਚ ਗਿਆ ਭਾਈ, ਕਿਹੜਾ ਕਲਮਾ ਪੜ੍ਹੀ? ਹਾਂ ਤੇ ਫਿਰ ਮੈਂ ਕਿਉਂ ਕਿਸੇ ਫਿਰਕੇ ਜਾਵਾਂ ਜਦੋਂ ਮੈਨੂੰ ਪਤਾ ਨਾ ਕਿ ਮੈਂ ਫਿਰਕਾ ਮੇਰਾ ਕੋਈ ਨਹੀਂ ਗਾ। ਤੂੰ ਮੈਨੂੰ ਕਿਉਂ ਕਹਿਣਾ ਫਿਰਕਾ ਦੱਸ ਆਪਣਾ। ਪਰ ਦੂਜੇ ਜ਼ੰਦੀਕ ਤੇ ਕਾਫਰ ਮੁਰਤਦ ਨੇ, ਦੱਸ ਮੈਨੂੰ। ਮੇਰੀ ਗੱਲ ਸੁਣ, ਜਦੋਂ ਤੈਨੂੰ ਪਤਾ ਹੀ ਨਹੀਂਗਾ ਉਹਨਾਂ ਦਾ ਮਸਲਕ ਵਾ ਜਾਂ ਫਿਰਕਾ ਵਾ, ਫਿਰਕੇ ਦੀ ਤਾਰੀਫ ਨਹੀਂ ਤੈਨੂੰ ਪਤਾ, ਤੂੰ ਕਿਉਂ ਮੇਰਾ ਸਿਰ ਖਾਂਦੇ ਆ? ਕਿੰਨਾ ਦਾ ਫਿਰਕਾ ਨਹੀਂ ਪਤਾ ਮੈਨੂੰ, ਮੈਂ ਤੇ ਜਮਾਤੇ ਅਹਿਮਦੀ ਹੈ ਜੋ ਭਾਈ। ਜਮਾਤੇ ਅਹਿਮਦੀਆ ਫਿਰਕਾ ਨਾ? ਉਹ ਜਮਾਤ ਹੈ ਪਿਆਰੇ ਭਾਈ, ਜਮਾਤ ਫਿਰਕਾ ਨਾ, ਫਿਰਕਾ ਜਦੀਦਾ ਨਾ? ਉਹ ਜਮਾਤ ਹੈ ਮੇਰੇ ਪਿਆਰੇ ਭਾਈ। ਅੱਛਾ, ਦਰਜ ਕੀ ਕਰਾਇਆ ਸੀਗਾ? ਦਰਜ ਕੀ ਕਰਾਇਆ ਸੀਗਾ 1901 ਦੇ ਵਿੱਚ? ਉਹ ਮੇਰੇ ਪਿਆਰੇ ਭਾਈ ਫਿਰਕਾ ਜਦੀਦਾ ਦਰਜ ਕਰਾਇਆ। ਉਹ ਮੈਨੂੰ ਹਦੀਸ ਆਉਂਦੀ ਆ, ਤੂੰ ਐਡਾ ਮੈਨੂੰ ਨਾ ਦੱਸ। ਸਾਹਮਣੇ ਲਾ ਮੇਰੀ ਗੱਲ ਸੁਣ, ਉਹ ਮੈਂ ਤੈਨੂੰ ਮੈਂ ਦੱਸਦਾ, ਮੇਰਾ ਉਹ ਟੌਪਿਕ ਨੀਗਾ, ਲੇਕਿਨ ਤੂੰ ਜਿਹੜੀ ਕਹਿੰਦੇ ਆ ਨਾ ਫਿਰਕੇ ਵਾਲੀ, ਉਹ ਤੈਨੂੰ ਮੈਂ ਦੱਸ ਦਿੰਦਾ ਵਾ। ਉਹ ਮੇਰੀ ਗੱਲ ਤਾਂ ਸੁਣ ਲਾ, ਮੇਰੀ ਗੱਲ ਤਾਂ ਸੁਣ ਲਾ। ਹਦੀਸ ਮੈਨੂੰ ਏਦਾਂ ਪੜ੍ਹ ਕੇ ਸੁਣਾ ਦੇਣਾ। ਤੇਰੇ ਤੇ ਜਹਾਦ ਫਰਜ਼ ਹੋਇਆ, ਤੂੰ ਇੱਥੇ ਬੈਠੇ ਹੋਇਆ ਯਾਰ। ਮਿਰਜ਼ਾ ਸਾਹਿਬ ਦੀ ਗੱਲ ਮੰਨ ਲਈ ਤੂੰ? ਮਿਰਜ਼ਾ ਸਾਹਿਬ ਕਹਿੰਦਾ ਜਹਾਦ ਜਿਹੜਾ ਕਤਾਲ ਹੋ ਗਿਆ, ਖਤਮ ਹੋ ਗਿਆ, ਤੇ ਤੂੰ ਮਿਰਜ਼ਾ ਸਾਹਿਬ ਦੀ ਗੱਲ ਮੰਨ ਲਈ? ਫਿਰ ਹਦੀਸ ਦੇ ਵਿੱਚ ਕੀ ਆ ਮੈਨੂੰ ਤੂੰ ਦੱਸ। ਹਦੀਸ ਦੇ ਵਿੱਚ ਪੜ੍ਹ ਕੇ ਸੁਣਾ ਮੈਨੂੰ ਕੀ ਆ, ਕਿਹੜੀ ਹਦੀਸ ਦੀ ਗੱਲ ਕਰਨਾ? ਬਹੁਤ ਰੋਸ਼ਨ ਕਰ ਰਹੇ ਹੋ ਇਸਲਾਮ ਦਾ ਨਾਮ ਤੁਸੀਂ ਕਿ 72 ਫਿਰਕੇ ਹੋਣਗੇ ਤੇ 73ਵੀਂ ਜਮਾਤ ਹੋਏਗੀ। ਇਹੋ ਹੀ ਆ ਨਾ? ਇਹੋ ਹਦੀਸ ਕਹਿੰਦੇ ਆ। ਉਹ ਮੇਰੀ ਉਹ ਸ਼ੇਖ ਆਦੀ ਮੇਰੀ ਗੱਲ ਸੁਣ, ਇਹੋ ਕਹਿੰਦੇ ਆ ਨਾ ਕਿ 72 ਫਿਰਕੇ ਹੋਣਗੇ 73ਵੀਂ ਜਮਾਤ ਹੋਏਗੀ। ਇਹੋ ਕਹਿ ਰਿਹਾ ਨਾ ਤੂੰ? ओ प्यारे भाई तुझे दीन के बारे में कुछ नहीं पता बस। ओए हुण तू इत्ते गल करनी कि नहीं? भजने दे तो भी तुझे पता ही कोई नहीं। 72 फिरके होणगे 73वीं जमात होएगी। एफ ही है ना कहने तू खाली मुसलमान है। हुण मैं तेरे साबित कर लगा वा कि 72 फिरके 73वीं जमात ओ हुण तू उधर भी भजने आ। दूसरे ज़ंदीक है कि नहीं है मुझे ये बता। अहमद रज़ा खान बरेलवी को मानता है कि नहीं मानता? अच्छा हुण तू फिरके वाले पासे तू भी भजने आ तू। चल हुण इत्थे आ सवाल ते जेड़ा सवाल लगा इधर आ यार, ओदा भी जवाब नहीं देना तू। अच्छा 72 फिरके होणगे 73वीं जमात होएगी इंज ही आ? मेरे प्यारे भाई ਉਹਨਾਂ 72ਵਾਂ ਦੇ ਵਿੱਚ ਤੁਹਾਡਾ ਫਿਰਕਾ ਆ ਜਾਂਦਾ। ਫਿਰ ਤੁਸੀਂ ਤੇ ਇਸਲਾਮ ਚੋਂ ਖਾਰਜ ਹੋ ਗਏ ਜੇ ਤੁਸੀਂ 1901 ਦੇ ਵਿੱਚ ਹੀ ਖਾਰਜ ਹੋ ਗਏ ਸੀਗੇ। 1901 ਚ ਖਾਰਜ ਹੋ ਗਏ ਸੀ? ਹਾਂਜੀ, ਜਦੋਂ ਤੁਸੀਂ ਆਪਣਾ ਫਿਰਕਾ ਉਹ ਮੇਰੀ ਗੱਲ ਤਾਂ ਸੁਣ ਲਾ, ਉਹ ਮੇਰੀ ਗੱਲ ਤਾਂ ਸੁਣ ਲਾ। ਇਸਲਾਮ ਚੋਂ ਉਦੋਂ ਤੁਸੀਂ ਬਾਹਰ ਹੋ ਗਏ ਸੀ ਜਦੋਂ ਤੁਸੀਂ ਆਪਣਾ ਫਿਰਕਾ ਦਰਜ ਕਰਾਇਆ ਸੀਗਾ। ਠੀਕ ਹੈ, ਕੁਰਾਨ ਪਾਕ ਦੇ ਮੁਤਾਬਕ ਫਿਰਕਾ ਬਣਾਉਣ ਵਾਲਾ, ਠੀਕ ਹੈ ਨਾ, ਉਹ ਇਸਲਾਮ ਚੋਂ ਖਾਰਜ ਆ। ईरानी तुझे ढूंढ रहे हैं मेरे प्यारे भाई। ਚੱਲ ਇਹਦਾ ਸਵਾਲ ਦਾ ਜਵਾਬ ਦੇ ਫਿਰ। ਚੱਲ ਇਧਰ ਆ, ਅਸੀਂ ਇਲਮੀ ਗੁਫ਼ਤਗੂ ਕਰਦੇ ਆਂ। ਆ ਜਾ ਸ਼ਾਬਾਸ਼। ਆਓ ਭੱਜ ਗਿਆ ਜੇ ਕਾਦੀਆਨੀ। ਇਹ ਜੇ ਕਾਦੀਆਨੀ ਦਾ ਹਿਸਾਬ, ਇਹ ਜੇ ਗੱਪਲਸਤਾਨ ਗੱਪਾਂ ਮਾਰਨ ਆਉਂਦੇ ਨੇ ਬਸ, ਤੇ ਇਹਨਾਂ ਕੋਲ ਨਾ ਕੋਈ ਇਲਮ ਆ, ਤੇ ਭੱਜਦੇ ਨੇ ਕਦੀ ਦਾएं ਤੇ ਕਦੀ ਬਾएं ਤੇ ਕਦੀ ਛਾएं, ਤੇ ਇਲਮ ਇਹਨਾਂ ਕਿਸੇ ਚੀਜ਼ ਦਾ ਵੀ ਨਹੀਂਗਾ। ਉਹ ਕੋਈ ਇੱਕ ਸਵਾਲ ਦਾ ਜਵਾਬ ਦਿਓ, ਸਾਨੂੰ ਪਤਾ ਲੱਗੇ ਕੀ ਦੇ ਰਹੇ, ਆਵਾਮ ਨੂੰ ਪਤਾ ਲੱਗੇ। ਮੈਂ ਸਵਾਲ ਕੋਈ ਲਾਇਆ ਤੇ 72-73 ਵਾਲ ਭੱਜ ਗਿਆ। ਮੈਂ 73 ਵਾਲ ਗਿਆ ਤੇ ਫਿਰ ਮੈਨੂੰ ਕਹਿੰਦਾ ਜਹਾਦ ਵਾਲ ਭੱਜ ਗਿਆ। ਹਾਂਜੀ ਸਵਾਲ ਨੇ ਭਾਈਜਾਨ, ਕੀ ਸਵਾਲ ਨੇ ਤੁਹਾਡੇ? ਹਾਂਜੀ ਸਵਾਲ ਆ ਜਾਓ ਜੀ। ਤੁਸੀਂ ਇਹ ਸਵਾਲ ਲੱਗਾ जी कादियानियों के अकीदे के मुताबिक अल मसीह इब्ने मरियम हजरत ईसा अलैहिस्सलाम कितनी बार पैदा होंगे या कितने हैं? हजरत ईसा इब्ने मरियम जो बनी इसराइल के नबी थे, जिनको खुदा ताला ने ईसा इब्ने मरियम कुरान में कहा है, वो तो 2000 साल पहले पैदा होके फौत हो चुके। अच्छा, कितनी बार पैदा होंगे ये बताना है आपने। कौन से जो बनी इसराइल के नबी? अच्छा कौन से? क्या मतलब आपका कि हजरत ईसा अलैहिस्सलाम एक से ज्यादा है? देखो भाई, बात तो ये है कि मोहम्मद कितने हैं, रोज पैदा होते हैं। मोहम्मद सल्लल्लाहु अलैहि वसल्लम एक है। मुसलमानों के अकीदे के मुताबिक मोहम्मद सल्लल्लाहु अलैहि वसल्लम एक है, हजरत ईसा अलैहिस्सलाम एक है। आपके अकीदे के मुताबिक हजरत ईसा अलैहिस्सलाम कितने हैं? अल मसीह इब्ने मरियम हजरत ईसा अलैहिस्सलाम कितने हैं? भाई जो हजरत ईसा अलैहिस्सलाम जो बनी इसराइल के नबी थे। ओ भाई ये क्या बाएं शाएं? मैंने बता दिया ना कि मुसलमानों के अकीदे के मुताबिक एक है, तो आप बताए ना कितने हैं, फिर आगे चलते हैं। यार तेनू एडी जल्दी कि नहीं है, तो गल तो सुन ले भाई, तेन जवाब देना पिया, फिर तू कहना कि आपके अकीदे के मुताबिक अल मसीह इब्ने मरियम हजरत ईसा अलैहिस्सलाम कितने हैं? मुसलमानों के अकीदे के मुताबिक एक है, आपके अकीदे के मुताबिक कितने हैं ये बताना है आपने। कौन से मुसलमान है ये तो बता दो भाई। ये देख ले गए, इस कादियानियों का हाल देख लें। लड़की बन जाते हैं, जब इनको जवाब नहीं ना आता तो लड़की बन जाते हैं, लड़की इस्तिआरा के तौर पे लड़की बन जाते हैं, जवाब नहीं देते। अच्छा जी, लड़कियां इस तरह बोलती हैं, फिर तो तुम भी लड़की हो। अच्छा जवाब दे इसका। हाँ क्या जवाब तुम बताओ। आपके अकीदे के मुताबिक अल मसीह इब्ने मरियम हजरत ईसा अलैहिस्सलाम कितनी बार पैदा होंगे या कितने हैं?
حضرت عیسیٰ علیہ السلام جو کہ بنی اسرائیل کے نبی تھے وہ ایک دفعہ پیدا ہو کے فوت ہو چکے ہیں. اچھا جی پھر پیدا ہونا انہوں نے. یہ تو خدا تعالیٰ کا اصول ہی نہیں ہے, جو دنیا میں ایک دفعہ آیا چلا جاتا ہے, ختم. اچھا پھر پیدا نہیں ہونا پکی بات ہے, کوئی بھی نہیں دوبارہ پیدا ہوتا. سوچ لیں. سوچ لیا جی. یہ آپ کا عقیدہ ہے. یہ عقیدہ ہر انسان کا جو اس دنیا میں آیا وہ ہونا چاہیے. اچھا دوسری دفعہ پیدا نہیں ہونا اس نے. نہ وہ آسمان پہ جاتا ہے, نہ دوبارہ پیدا ہوتا ہے, نہ آسمان سے نیچے اترتا ہے. جو جی قبر ٹھیک پہ ہو چلا گیا. گیا ہمیشہ کے لیے چلا گیا. اچھا مرزا قادیانی نے ابھی کہا یہ کہ بتاؤ- گل تو سن لا, مرزا قادیانی نے کہا ہے کہ المسیح ابن مریم میں ہوں, نہیں ابھی میں یہ حضرت میرے عیسیٰ علیہ سوال السلام کا ہوں. ابھی یہ میرے اور سوال کا میں جواب تیرے دو. سوال کے جواب دینے کے لیے نہیں بیٹھا ہوا, میرے پاس سوال ہے, ان کے جواب دینے آپ نے. نہ کیا بات ہے, میں تیرا کٹہرے میں نے تیرا قرضہ دے نا, میرے بھی ہاں سوال جی کا جواب دو. آپ لوگوں نے قرضہ دینا ہے, آپ لوگوں نے جواب دینے ہیں, یہ میرا قرضہ ہے. یہ کیوں تیرا تو کون ہے, کہڑے باغ دی مولی ہے تو؟ میں ایکس قادیانی ہوں. ایکس ہوندا پیار ہے موج کر. ہاں تو پھر آپ نے جواب کس نے دینے ہیں تو پھر؟ تو ایکس قادیانی کیوں؟ اور جواب کس نے دینے ہیں؟ اور تو نہیں دینے ہیں, تو نے کیوں اپنا جو وہ قادیانی بات کیوں رہے ہو؟ جواب دینے ہیں آپ لوگوں نے, دائیں بائیں نہیں بھاگنا, وہ چیز جواب دینا ہے. جواب دے جواب. وہ چیز نا ٹھنڈا ہو اور یار, جواب دے قادیانی جواب. اور ٹھنڈا ہوئے مسلمانہ. اور تواڈے عقیدے کے مطابق المسیح ابن مریم حضرت عیسیٰ علیہ السلام کتنے ہیں یا کتنی بار پیدا ہوں گے, یہ بتانا ہے آپ نے. یہ ابھی تجھے جواب دیا تو ہے, تو ڈور کیا دیا ہے آپ نے؟ تجھے یہی کہا کہ حضرت عیسیٰ علیہ السلام جو کہ بنی اسرائیل کے نبی تھے, حضرت مریم کے بیٹے تھے, وہ پیدا ہو کے فوت ہو چکے. اچھا اب کسی نے اب دوسری دفعہ نہیں پیدا نا, اب دوسری دفعہ پیدا نہیں ہونا انہوں نے. نہیں, وہ آسمان سے آئیں گے. آسمان سے نازل ہوں گے, تو پھر اگر آسمان سے آئیں گے تو پھر آپ مسلمانوں کو کیوں کہتے ہیں جا کر کے حضرت عیسیٰ علیہ السلام کو زندہ کر کے دکھائیں؟ ہاں تو ہم تو یہی کہتے ہیں, میں تو تیرا مذاق اڑا رہا ہوں جو کہ کہتے ہیں آسمان پہ چڑھ گئے. اچھا پیدا ہونا آسمان سے نہیں آنا, پیدا ہونا ہے, یہ عقیدہ ہے قادیانیوں کا؟ نہیں, تو پھر کیا ہے؟ جو ایک دفعہ پیدا ہو گیا وہ قبر پہ چلے جاتا, مر جاتا, دوبارہ نہیں آتا. اچھا دوسری دفعہ نہیں پیدا ہونا. تو مرزا قادیانی نے کیوں کہا کہ میں ابن مریم ہوں؟ ابن مریم وہ تو صفاتی رنگ میں کہنا جیسے صفاتی نہیں, او صفاتی نہیں. میں ابھی ایک منٹ حوالہ لگاتا ہوں ادھر, تیرا جھوٹ تمہارا پکڑا بھی پکڑا جانا ہے. میں نے تیرے سارے ابھی جھوٹ آپ کا پکڑا جانا ہے. میں آپ کو صفاتی دکھاتا ہوں, صبر کر ایک منٹ, ایک منٹ صبر کر. یہ دیکھ روحانی خزائن کشتی نو, پیج نمبر 50 ہے. مرزا قادیانی کیا لکھ رہے ہیں 50 میں؟ اسی برہین احمدیہ میں یہ کیوں لکھتا کہ عیسیٰ مسیح ابن مریم آسمان سے دوبارہ آئے گا, سو چونکہ خدا جانتا تھا کہ اس نقطہ پر علم ہونے سے یہ دلیل ضعیف ہو جائے گی, اس لیے گو اس نے برہین احمدیہ کے تیسرے حصہ میں میرا نام مریم رکھا. دوبارہ پہ تیری اردو دی سمجھ نہیں آتی, تو پنجابی پہ پڑھنا کہ کس دوبارہ پڑھی ذرا. اچھا اردو دی سمجھ نہیں آتی تینوں؟ نہیں تو جڑی پڑھے تو تے پینڈو سٹائل ہی پڑھنا, ذرا صحیح طرح آرام آہستہ آہستہ پڑھ. دیکھ سمجھ آئے کشتی یہ چلا جائے گا, عورت نہ بان اسے نقطے کی سمجھ نہیں آتی ہے. عورت نہ بان میوٹ نہ کیوں کرنا پہ یار. قادیانی نے میوٹ نہ کرو, قادیانی نے میوٹ نہ کرو. چلا جاؤ میوٹ پڑھ کے سناوے گا کہ میں سناواں؟ نہیں تو سنا میں تو اردو سنا. نہیں میں تیرے کو سننا, میں تیرے کو سننا. تو بڑا بڑا سونا پڑھنا, تو بہت اپنے آپ کو میرا نہ سمجھ جانا. ایک منٹ جوش ہے. تو اٹھ کے آ گیا مولوی, آ گئے. بمباسٹک اس کو پڑھ, بمباسٹک اس کو پڑھنا تم نے, اس کو پڑھنا ہے. مجھے نہیں پڑھنا آتا, تو پڑھا. اس کو پڑھنا ہے نہ تو پڑھ, تو پڑھ. یہ کیا لکھا ہوا ہے؟ میں تیرے کو سننا چاہتا ہوں, میری نظر کمزور, میں پڑھنا تیرا روحانی پیو پڑے گا. آ گیا اس نے نہ یار اس طرح نہ کرو جو میری نہیں کہ اس نے برہین احمدیہ کے تیسرے حصے میں بھی ہو گیا. آ جاندہ اس نے برہین احمدیہ کے تیسرے حصے میں میرا نام
इब्ने मेरा नाम उसने इब्राहिम ने के तीसरे हिस्से में मेरा नाम मरियम रखा। लो जी, पहला इब्राहिम के तीसरे हिस्से च मिर्जा साहब का नाम मरियम रखा। और बम बाल लगे, सायरन बज गई। ठहर दुबई बैठा है। अभी भी कम टू दुबई। नहीं नहीं, और 1:30 बजे उन्होंने काम शुरू। सुनो, ईरानी इब्राहिम मिसाइल आ के गई। पहले तीसरे हिस्से च मिर्जा साहब का नाम मरियम रखा है। अच्छा जी। फिर जैसा कि इब्राहिम दिया से थोड़ा जा इधर करियो, इधर करियो थोड़ा जा, करियो जरा इधर कर लियो। अहमदिया से जाहिर है वो 2 बरस तक सिफ्ते मरियमियत में मैंने परवरिश पाई। अच्छा जी, पहला मिर्जा साहब का नाम मरियम रखा, फिर सिफ्ते मरियमियत विच मिर्जा साहब ने 2 साल परवरिश पाई और पर्दा में नशो नमा पाता रहा। पर्दे दे विच मिर्जा साहब फलदे फूलदे रहे, नशो नमा पाते रहे। फिर जब उस पर 2 बरस गुजर गए, 2 बरस और गुजर गए। हाँ जी, 2 बरस हो नाल तशरीह करते जो था, क्योंकि सानू उर्दू नहीं ना आंदी। हाँ जी, तो जैसा कि इब्राहिम दिया के हिस्सा चहारम में, लो जी, जैसे हिस्सा कि बराहीन अहमदिया के चौथे हिस्से में चहारम का मतलब जी यानी तीसरे हिस्से तू चौथे ते आ गए ते 2 साल गुजर गए ते की होया? पर्दे में नशो नुमा पाते रहा होया ना। पहले सुनो ना, आहो तीसरे हिस्से च नशो नुमा पांदे रहे, चौथे हिस्से च की होने लगा? चौथे हिस्से में जरा सारे गौर कर लो जी, की होने लगा जी। जी यार, अगे कहंदे हो मैं नहीं पढ़ना, हुण जे मैं पढ़न लगा तो चुप करके सुनो। नहीं, मैं तुसी तशरीह कर दे, ਤੁਹਾਡਾ मैं आसान काम कर करना। इब्राहिम दिया के हिस्सा चहारम सफा 496 ਇਹਦਾ मतलब कि चौथा हिस्सा और सफा नंबर की है 496 496 जी, चौथा हिस्सा की होने लगा। सुनो जी, सुनियो जी, की होने लगा? सुनियो जी, जरा गौर से सुन लियो जी। थोड़ा जा मरियम की तरह ईसा की रूह मुझ में नफक की गई। हाँ, मरियम की तरह जैसे मरियम के अंदर फरिश्ता आया और किसी मर्द के मिलाप के बगैर कुमारी मरियम में ईसा की रूह नफक की। उसी खुदा ने, उसी लाश ने, वही खुदा कि जिसने मरियम में रूह नफक की, उसने मेरे में रूह नफक की। यानी उत्थे फरिश्ते ने आके ते सईदा मरियम सदीका दे अंदर ईसा अलैहिस्सलाम दी रूह नफक कीती सी। हाँ जी, ते ए मिर्जा साहब दे जेड़ा रूह नफक कीती है, ए कौन आया सी? खुदा ने की ना, उसी फरिश्ता आया जो है। कोई फरिश्ता वगैरह आया होना ना फिर, पता नहीं है, जो लिखा है वही लिखा है, पढ़ी जाओ। चलो ठीक, अच्छा ठीक। ईसा की रूह मुझ में नफक की गई, नफक की गई। हाँ, और इस्तियारा के रंग में मुझे हामला ठहराया गया। हाँ, उन्हें इस्तारा जेड़ा लफ्ज है, ਇਹਦਾ ਕੀ मतलब है? हैं? इस्तारा के रंग में, यानी जिस तरह मुस्तियार लिया जाता है। हाँ, मुस्तियार जिस तरह लिया जाता है, ਉਹਦਾ ਕੀ मतलब ਹੁੰਦਾ? मुस्तियार जिस तरह कोई सिफत उधार ली जाती है, सिफत उधार ली जाती है। जिस तरह मैं ਤੁਹਾਨੂੰ ਕਹਾਂ ਕਿ ਤੁਹਾਨੂੰ ਕਹਾਂ ਆਪਣਾ ਨਜ਼ੀਰ ਸਾਹਿਬ, ਲਾਮਾ ਸਾਹਿਬ, ਕਿ ਤੁਸੀਂ ਸ਼ੇਰ ਹੋ ਹੈ, ਤੇ ਇਹਦਾ ਮਤਲਬ ਕਿ ਤੁਹਾਡੀ ਪੂਛਲ ਨਿਕਲ ਆਈ ਹੈ? ਨਹੀਂ, ਇਹਦਾ ਮਤਲਬ ਤੁਸੀਂ ਜੰਗਲ ਚ ਰਹਿੰਦੇ ਹੋ? ਨਹੀਂ, ਇਹਦਾ ਮਤਲਬ ਤੁਸੀਂ ਉਰਦੂ ਪੰਜਾਬੀ ਬੋਲਣ ਦੀ ਬਜਾਏ ਕਹਿੰਦੇ ਹੋ ਵਾਹ। नहीं, सिर्फ हाँ, शाबाश, वेरी गुड। ਤੁਹਾਨੂੰ ਸਮਝ ਆ ਰਹੀ ਹੈ ਆਸਤਾ ਆਸਤਾ, ਯੂ ਆਰ ਲਰਨਿੰਗ, वेरी गुड, एक्सीलेंट जी। ਅੱਗੇ ਚਲੋ। ਮੈਨੂੰ ਲਰਨਿੰਗ ਨਹੀਂ, ਮੈਨੂੰ ਆਲਰੇਡੀ ਮੈਂ ਲਰਨਡ ਆ, ਮੈਨੂੰ ਪਤਾ। ਅੱਛਾ, ਆਲਰੇਡੀ ਲਰਨਡ ਹੋ ਤੁਸੀਂ? ਮੈਂ ਸਮਝਿਆ ਕਿ ਨਹੀਂ, ਤੁਸੀਂ ਅੱਜ ਪਹਿਲੀ ਦਫਾ ਪੜ੍ਹਦੇ ਪਏ। ਨਹੀਂ ਨਹੀਂ, ਮੈਂ ਪਹਿਲੀ ਦਫਾ नहीं, तो ਮੈਨੂੰ ਜ਼ੁਬਾਨੀ इबारत याद है। अच्छा, जुबानी कि इश्तियारा के रंग में मिर्जा साहब को हामला ठहराया गया। हाँ, और आखिर कई महीने के बाद कई महीने के बाद, जो 10 महीने से ज्यादा नहीं, ये 10 महीने दा अमल सी, यानी कि इश्तियारा दे रंग जेड़ा सी। भाई नबी करीम सल्लल्लाहु अलैहि वसल्लम ਨੂੰ 40 साल तक अमल होया। लानत है ਤੁਹਾਡੇ ਤੇ ਬਕਵਾਸ ਤੁਹਾਨੂੰ ਸਮਝ ਹੀ ਨਹੀਂ ਆਉਂਦੀ। ਮੇਰੀ ਗੱਲ ਸੁਣ, 80 ਸਾਡੇ ਕਿਸੇ ਮੁਸਲਮਾਨ ਨੇ, ਮੇਰੀ ਗੱਲ ਸੁਣੋ ਨਾ, सुनो ना, ਜਦੋਂ ਬਾਰੇ खुदा ताला कहता है कि तंदे ईमान ਦਾ ਹੀ ਨਹੀਂ ਪਤਾ ਸੀ। नहीं करनी, मेरी गल सुनो, मेरी गल सुनो, मेरी गल बकवास नहीं करनी, मेरी भी गल सुन, ਜਿਹੜੀ ਮੈਂ ਗੱਲ ਕੀਤੀ ਹੈ ਮੈਨੂੰ, ਤੁਸੀਂ ਆਪਣੀ ਯਾਰ, ਤੁਸੀਂ ਆਪਣੇ ਇਸ਼ਤਿਹਾਰੇ ਸਾਡੇ ਤੇ ਨਾ ਲਾਓ। ਯਾਰ ਗੱਲ ਸੁਣੋ, ਮੈਂ ਤੁਹਾਡੇ ਤੇ ਨਹੀਂ ਲਾਂਦਾ ਪਿਆ ਕੋਈ ਵੀ ਇਸ਼ਤਿਹਾਰਾ, ਮੈਂ ਆਪਣੇ ਸਾਡੇ ਤੇ ਵੀ ਨਾ ਲਾਓ, ਸਾਡੇ ਨਬੀ ਤੇ ਵੀ ਨਾ ਲਾਓ। ਤੁਸੀਂ ਆਪਣੇ ਨਹੀਂ, ਮੇਰੀ ਮਰਜ਼ੀ, ਮੇਰੇ ਨਬੀ, ਮੇਰੇ ਆਪਣੇ ਨਬੀ ਪਾਕ। ਮੇਰੀ ਗੱਲ ਸੁਣੋ ਨਾ, ਤੁਹਾਡਾ ਨਬੀ ਹਮਲਾ ਹੋਇਆ,
ਮੇਰੇ ਆਪਣੇ ਤੁਹਾਡਾ ਨਬੀ ਨਬੀ ਪਾਕ ਨੇ ਨਾ। ਇਸ਼ਤਿਹਾਰੇ ਦੇ ਰੰਗ 'ਚ ਪ੍ਰੈਗਨੈਂਟ ਹੋਇਆ, ਤੁਸੀਂ ਜਾਣੋ ਤੁਹਾਡਾ ਨਬੀ ਜਾਣੇ। ਬਈ ਤੁਸੀਂ ਸਾਡੇ ਮੇਰਾ ਨਬੀ ਦੇ ਬਾਰੇ ਬਕਵਾਸ ਨਾ ਕਰੋ। ਮੇਰੇ ਈਦ ਦਾ ਨਬੀ ਦਿਨ ਵੀ ਜਮੀਲ ਸਾਹਿਬ, ਸਾਰੇ ਦੇ ਰਾਗੀ with ਪ੍ਰੈਗਨੈਂਟ respect, ਹੋਏ ਸਨ please, 40 ਸਾਲ ਦੀ ਉਮਰ ਪਲੀਜ਼। ਤੱਕ। ਨਹੀਂ 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 ਨਹੀਂ, ਇਹ ਨਹੀਂ ਬੇਗੈਰਤੀ ਹੈ। ਨਹੀਂ 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 ਵਿਦ ਰਿਸਪੈਕਟ ਮੈਂ ਤੁਹਾਨੂੰ ਕਹਿ ਰਿਹਾ ਕਿ ਇਨਸਾਨ ਦੇ ਬੱਚੇ ਬਣੋ। ਜਿਹੜਾ ਤੁਹਾਡਾ ਜਿਹੜੀ ਮੈਂ ਗੱਲ ਪ੍ਰੈਗਨੈਂਸੀ ਹੈ ਕਰਨਾ ਉਹਨੂੰ ਪਿਆ ਉਹ ਤੁਸੀਂ ਗੱਲ ਦੂਜਿਆਂ ਨਾਲ ਸਮਝਣ ਨਾ ਦੀ ਕੋਸ਼ਿਸ਼ ਕਰੋ ਨਾ। ਮੇਰੀ ਗੱਲ ਸੁਣੋ ਨਾ, ਮੈਨੂੰ ਐਕਸਪਲੇਨ ਕਰਨ ਦਿਓ ਨਾ ਅਲਾਮਾ ਸਾਹਿਬ। ਨਹੀਂ ਤੁਸੀਂ ਆਪਣਾ ਐਕਸਪਲੇਨ ਕਰੋ, ਸਾਡੇ ਤੇ ਨਾ ਐਕਸਪਲੇਨ ਕਰੋ। ਨਹੀਂ ਮੈਂ ਐਕਸਪਲੇਨ ਆਪਣਾ ਤਜਰਬਾ ਸਾਡੇ ਤੇ ਨਾ ਕਰੋ। ਮੈਂ ਕੋਈ ਨਜ਼ੀਰ ਸਾਹਿਬ ਦਾ ਨਾਮ ਲੈ ਨਾ ਤੁਹਾਡੇ ਅੱਬਾ ਜੀ ਯਾਰ ਤੁਸੀਂ ਆਪਣਾ ਤਜਰਬਾ ਜਿਹੜਾ ਆਪਣਾ ਬਈ ਮੇਰੀ ਤਜਰਬਾ ਗੱਲ ਸੁਣੋ ਨਾ, ਉਹਨੂੰ ਆਪਣੇ ਤੱਕ ਰੱਖੋ ਨਾ। ਨਜ਼ੀਰ ਸਾਹਿਬ ਤੁਹਾਡੇ ਅੱਬੇ ਦਾ ਨਾਂ ਸੀ ਨਜ਼ੀਰ, ਮੈਂ ਉਹਨਾਂ ਦਾ ਮੈਂ ਕਹਿੰਦਾ ਮੇਰੇ ਅੱਬੇ ਤੇ ਤੁਸੀਂ ਨਾ ਅਪਲਾਈ ਕਰੋ, ਤੁਸੀਂ ਆਪਣੇ ਅੱਬੇ ਤੇ ਅਪਲਾਈ ਕਰ ਲਓ। ਕਿਸ ਦਾ? ਮੈਂ ਆਪਣੇ ਨਬੀ ਦੀ ਗੱਲ ਜਮੀਲ ਸਾਹਿਬ ਜੀ ਜੀ ਅਲਾਮਾ ਸਾਹਿਬ ਮੇਰੀ ਰਿਕੁਐਸਟ ਸੁਣ ਲਓ, ਹੰਬਲ ਰਿਕੁਐਸਟ ਹੈ। ਜਿਹੜੀ ਤੁਸੀਂ ਚੀਜ਼ ਆਪਣੇ ਘਰ ਅਪਲਾਈ ਕੀਤੀ ਹੈ, ਮੇਰਾ ਉਹਨੂੰ ਤੁਸੀਂ ਘਰ ਆਪਣੇ ਨਹੀਂ, ਘਰ ਤੱਕ, ਘਰ ਮੇਰੀ ਤੇ ਗੱਲ ਕੋਈ ਤੇ ਨਹੀਂ ਸੁਣੋ ਨਾ, apply ਕਰਦਾ। ਮੇਰੀ ਗੱਲ ਸੁਣੋ ਨਾ, ਨਹੀਂ ਉਹਨੂੰ ਆਪਣੇ ਘਰ ਤੱਕ ਪਲੀਜ਼ ਰੱਖੋ, ਉਹਨੂੰ ਨਹੀਂ। ਸਾਡੇ ਘਰ ਨਾ ਲਿਆਓ। ਤੁਹਾਡੀ ਮੈਂ ਮਿਹਰਬਾਨੀ, ਆਪਣੇ ਮੈਂ ਬੜੀ ਘਰ ਗੱਲ ਹੀ ਕਹਿ ਰਿਹਾ। ਰੱਖੀ ਹੈ, ਮੈਂ ਆਪਣੇ ਘਰ ਹੀ ਰੱਖੀ ਹੈ। ਹਾਂ ਬਸ ਆਪਣੇ ਘਰ ਹੀ ਰੱਖੋ ਉਹਨੂੰ। ਮੇਰਾ ਤੁਸੀਂ ਘਰ ਸਾਡੇ ਜਿਹੜਾ ਨਬੀ ਪਾਕ ਸੱਲੱਲਾਹੁ ਉਹ ਅਲੈहि ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਜੋ ਕਰਨੀ ਹੈ ਨਾ ਤੁਸੀਂ ਗੱਲ ਸਾਡੇ ਸਾਹਮਣੇ ਨਾ ਕਰੋ, ਕਿਉਂਕਿ ਅਸੀਂ ਉਹਨਾਂ ਦੇ ਮੰਨਣ ਵਾਲੇ ਹਾਂ। ਨਹੀਂ ਤੁਸੀਂ ਨਹੀਂ ਮੰਨਣ ਵਾਲੇ ਨਾ। ਨਹੀਂ ਯਾਰ ਮੈਂ ਰਿਕੁਐਸਟ ਕਰ ਰਿਹਾ ਕਿ ਸਾਡੇ ਨਹੀਂ ਤੁਹਾਡਾ ਕੋਈ ਤਲਕ ਵਾਸਤੇ ਹੀ ਨਹੀਂ ਉਹ ਜਿਹੜਾ ਮਿਰਜ਼ਾ ਸਾਹਿਬ ਦਾ ਅਮਲ ਨਹੀਂ ਤੁਹਾਡਾ ਕੋਈ ਮੇਰੀ ਵੀ ਰਿਕੁਐਸਟ ਸੁਣ ਲਓ, ਤੁਹਾਡਾ ਕੋਈ ਤਲਕ ਵਾਸਤਾ ਨਹੀਂ। ਅੱਛਾ ਕੁਰਾਨ ਕਰੀਮ ਵਿੱਚ ਅੱਲਾਹ ਤਾਲਾ ਬਦਮਾਸ਼ੀ ਹੈ ਨਾ, ਗੱਲ ਇਹ ਸੁਣੋ ਤਾਂ ਬਦਮਾਸ਼ੀ ਹੈ ਨਾ। ਅਲਾਮਾ ਸਾਹਿਬ ਗੱਲ ਤੇ ਸੁਣੋ। ਕੁਰਾਨ ਕਰੀਮ ਵਿੱਚ ਅੱਲਾਹ ਤਾਲਾ ਫਰਮਾਂਦਾ ਹੈ ਕੁਰਾਨ ਕਰੀਮ ਨਬੀ ਪਾਕ ਕੇ 40 ਸਾਲ ਦੀ ਉਮਰ ਤੱਕ ਤੈਨੂੰ ਈਮਾਨ ਦਾ ਵੀ ਨਹੀਂ ਪਤਾ ਸੀ ਕੀ ਹੈ। ਹਾਂ ਉਸ ਵਕਤ ਤੋਂ ਤਬਦੀਲੀ ਆ ਰਹੀ ਸੀ 17 ਦੇ ਰਾਤ ਵਿੱਚ ਉਹ ਹਾਮਲਾ ਸਨ 17 ਦੇ। ਨਹੀਂ ਇਹ ਬਕਵਾਸ ਹੈ, ਅਸੀਂ ਖੁਦਾ ਨੂੰ ਪਛਾਣਦੇ ਪਏ ਸਨ। ਹਾਮਲਾ ਮੇਰੀ ਗੱਲ 40 ਸਾਲ ਤੱਕ ਹਮਲ ਰਹੇ। ਹਾਮਲਾ ਜੈਸੀਆਂ ਗੰਦੀਆਂ, ਮੇਰੀ ਸੁਣ ਤੋ ਲੋ, ਹਾਮਲਾ ਜੈਸੀਆਂ ਗੰਦੀਆਂ ਤਸ਼ਬੀਹਾਂ ਤੇ ਗੰਦੇ ਇਸ਼ਾਰੇ ਹਾਮਲਾ ਅਗਰ ਗੰਦੀ ਹੈ ਤੇ ਫਿਰ ਸਾਰੀ ਬਣੀ ਨੂੰ ਇਹ ਆਪਣੇ ਘਰ ਹੀ ਰੱਖੋ ਨਾ। ਕੁਰਾਨ ਦੇ ਵਿੱਚ ਮੇਰੀ ਗੱਲ ਸੁਣੋ, ਉਹ ਮੇਰੀ ਗੱਲ ਸੁਣੋ ਨਾ ਬਾਬਿਓ, ਹਜ਼ਰਤ ਆਮਨਾ ਨੂੰ ਮੇਰੀ ਗੱਲ ਸੁਣ ਲਓ, ਹਮਲ ਹੋਇਆ ਤੇ ਪਿਆਰਾ ਨਬੀ ਪੈਦਾ ਹੋਇਆ, ਜਿਹਨੂੰ ਤੁਸੀਂ ਗੰਦੀ ਸ਼ੈ ਪੇ ਕਹਿੰਦੇ ਹੋ। ਨਹੀਂ ਉਹ ਤੇ ਜੈਨਵਨ ਸਜਦਾ ਆਮਨਾ ਦੇ ਘਰ ਤੁਸੀਂ ਕਹਿੰਦੇ ਹੋ ਹਾਮਲਾ ਜੈਸੀ ਸਾਰੀਆਂ ਮਾਵਾਂ। ਮੇਰੀ ਗੱਲ ਸੁਣ ਲਓ ਨਾ, ਅਗਰ ਤੁਹਾਡੀ ਵਾਲਦਾ ਨੂੰ ਇਹ ਗੰਦੀ ਸ਼ੈ ਨਾ ਹੁੰਦੀ ਤੇ ਅਲਾਮਾ ਵਾਲਦਾ ਤੇ ਸਾਰੀਆਂ ਬੰਦਾ ਪੈਦਾ ਹੁੰਦਾ। ਮੇਰੀ ਗੱਲ ਸੁਣ, ਵਾਲਦਾ ਤੇ ਸਾਰਿਆਂ ਦੀਆਂ, ਮੇਰੀਆਂ, ਤੁਹਾਡੀਆਂ, ਨਬੀਆਂ ਦੀਆਂ, ਗੁਨਾਹਗਾਰਾਂ ਦੀਆਂ, ਨੇਕਾਂ ਦੀਆਂ, ਮਾਸੂਮਾਂ ਦੀਆਂ, ਮਹਫੂਜ਼ਾਂ ਦੀਆਂ, ਸਭ ਦੀਆਂ ਵਾਲਦਾ ਜਿਹੜੀਆਂ ਨੇ ਉਹਨਾਂ ਦੇ ਘਰ ਬੱਚੇ ਪੈਦਾ ਹੁੰਦੇ ਨੇ। ਇਹ ਤਾਂ ਕੋਈ ਹਮਲ ਦੇ ਜ਼ਰੀਏ ਹੁੰਦੇ ਨੇ, ਹਮਲ ਜੈਸੀ ਗੰਦੀ ਚੀਜ਼ ਦੇ ਜ਼ਰੀਏ ਹੁੰਦੇ ਨੇ। ਸਭ ਦੀਆਂ ਮਾਵਾਂ ਨੂੰ ਹਮਲ ਦੇ ਜ਼ਰੀਏ ਹਮਲ ਜੈਸੀ ਗੰਦੀ ਚੀਜ਼ ਦੇ ਜ਼ਰੀਏ ਪੈਦਾ ਹੁੰਦੇ ਨੇ। ਸਾਰੇ ਨਬੀ ਬਸ਼ਰ ਸਨ, ਸਾਰੇ ਹਮਲ ਉਹਨਾਂ ਦੀਆਂ ਹਮਲ ਗੰਦੀ ਚੀਜ਼ ਹੈ ਨਾ। ਤੁਸੀਂ ਕਿਹਾ ਹਮਲ ਗੰਦੀ ਚੀਜ਼ ਹੈ। ਉਹ ਯਾਰ ਮੈਂ ਮਰਦਾਂ ਦੇ ਬਾਰੇ ਕਿਹਾ ਹੈ ਕਿ ਨਬੀਆਂ ਨੂੰ, ਉਹ ਮਰਦਾਂ ਨੂੰ ਕੋਈ ਇਸ਼ਤਿਹਾਰਾਂ ਦੇ ਰੰਗ ਵਿੱਚ ਹਮਲ ਦੀ ਗੱਲ ਵੀ ਹੁੰਦੀ ਹੈ ਨਾ। ਸੁਣ ਤੇ ਲੋ ਨਾ, ਜਿਸ ਤਰ੍ਹਾਂ ਸ਼ੇਖ ਅਬਦੁਲ ਕਾਦਰ ਜਿਲਾਨੀ ਰਹਿਮਤੁल्लाह ਅਲੈਹ ਫਰਮਾਉਂਦੇ ਨੇ, ਸ਼ੇਖ ਅਬਦੁਲ ਕਾਦਰ ਜਿਲਾਨੀ ਰਹਿਮਤੁल्लाह ਅਲੈਹ ਮੇਰੇ ਤੇ ਇਲਹਾਮ ਇਸ ਤਰ੍ਹਾਂ ਹੁੰਦਾ ਸੀ ਜਿਸ ਤਰ੍ਹਾਂ ਇੱਕ औरत ਨੂੰ ਆਪਣਾ ਬੰਬਾਸਟਿਕ ਆਗੇ ਚਲੇ ਸ਼ੇਖ ਅਬਦੁਲ ਕਾਦਰ ਜਿਲਾਨੀ ਨੇ ਅੱਗੇ ਚਲੇ ਕਿੱਥੇ ਚਲਾ ਕੇ ਜਿੱਥੇ ਲੱਗ ਜਾਣਾ ਇਲਾਜ ਪੂਰੀ ਕरें। ਅਗਰ ਸ਼ੇਖ ਅਬਦੁਲ ਕਾਦਰ ਜਿਲਾਨੀ ਨੇ ਇਹ ਗੱਲ ਕਹੀ ਹੈ, ਤੁਸੀਂ ਬਿਆਨ ਕਰੋ, ਮੇਰਾ ਕੋਈ ਇਤਰਾਜ਼ ਨਹੀਂ ਹੈ। ਲੇਕਿਨ ਨਬੀ ਪਾਕ ਨੇ ਇਹੋ ਜਿਹੀ ਗੱਲ ਨਾ ਨਬੀ ਪਾਕ ਨੇ ਕਹੀ, ਨਾ ਹਦੀਸ ਚਾਹੁੰਦੀ ਨਾ ਕੁਰਾਨ ਚਾਹੁੰਦੀ। ਨਬੀ ਪਾਕ ਤੁਹਾਡੇ ਲਿਖੇ ਨਹੀਂ ਸਨ, ਉਹਨਾਂ ਨੇ ਕਿਤਾਬ ਨਹੀਂ ਲਿਖੀ ਨਾ। ਸੁਣ ਤੇ ਲੋ ਨਾ, ਮੇਰੀ ਗੱਲ ਸੁਣੋ। ਤੁਹਾਡੇ ਮਿਰਜ਼ਾ ਸਾਹਿਬ ਨੇ ਜਿਹੜੀ ਗੱਲ ਆਪਣੇ ਹੱਥ ਨਾਲ ਲਿਖੀ ਹੈ, ਇਹਦੇ ਤੂੰ ਸ਼ਰਮਾਂਦੇ ਕਿਉਂ? ਤੇ ਇਹਦੇ ਤੂੰ ਮਤਲਬ ਮੈਂ ਕੋਈ ਲਫ਼ਜ਼ ਬਿਲਕੁਲ ਨਹੀਂ ਸ਼ਰਮਾਂਦਾ, ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਜਵਾਬ। ਤੁਸੀਂ ਫੌਰਨ ਹੀ ਉਹਨੂੰ ਚੁੱਕ ਕੇ ਤੇ ਸੱਚੇ ਨਬੀਆਂ ਤੋਂ ਸੁੱਟਣਾ ਸ਼ੁਰੂ ਕਰਤੇ। ਜੋ ਕੋਈ ਮਿਰਜ਼ਾ ਸਾਹਿਬ ਆਪਣੇ ਬਾਰੇ ਲਿਖਿਆ ਹੈ, ਉਹ ਮਿਰਜ਼ਾ ਸਾਹਿਬ ਵੀ ਸੱਚੇ ਨਬੀ ਨੇ ਨਾ। ਸੁਣ ਤੇ ਲੋ ਨਾ ਯਾਰ, ਮਿਰਜ਼ਾ ਸਾਹਿਬ ਵੀ ਸੱਚੇ ਨਬੀ ਨੇ। ਸੱਚੇ ਮੰਨੋ, ਤੁਸੀਂ ਉਹਨਾਂ ਨੂੰ ਸੱਚੇ ਮੰਨੋ, ਝੂਠੇ ਮੰਨੋ, ਤੁਹਾਡੀ ਪ੍ਰੋਬਲਮ ਹੈ। ਅਸੀਂ ਜੋ ਉਹਨਾਂ ਨੇ ਲਿਖਿਆ ਉਹੀ ਤੇ ਪੜ੍ਹਨੇ ਆ। ਝੂਠਾ ਮੰਨੋ ਤੁਹਾਡੀ ਯਾਰ ਹਰ ਕਿਸੇ ਦੀ ਆਪਣੀ ਪ੍ਰੋਬਲਮ ਹੈ। ਮੇਰੀ ਗੱਲ ਸੁਣੋ ਨਾ, ਕੋਈ ਇੱਕ ਵੀ ਲਫ਼ਜ਼ ਨਜਾਇਜ਼ ਮੈਂ ਤੁਹਾਡੇ ਮਿਰਜ਼ਾ ਸਾਹਿਬ ਦੇ ਬਾਰੇ ਬੋਲਿਆ ਤਾਂ ਮੈਨੂੰ ਦੱਸੋ। ਨਹੀਂ ਮੈਂ ਵੀ ਨਹੀਂ ਬੋਲਿਆ ਕਿਸੇ ਦੇ ਬਾਰੇ। ਉਹਨਾਂ ਦੀ ਤਾਰੀਫ ਤਾਂ ਬੁਰੀ ਗੱਲ ਹੈ। ਫਿਰ ਜਿੰਨੀ ਪੇ ਪੜ੍ਹਨੇ ਆ ਤੁਸੀਂ ਇੱਥੇ ਹੀ ਰਹੋ ਨਾ, ਜਿੱਥੇ ਅਸੀਂ ਪੇ ਪੜ੍ਹਨੇ ਉੱਥੇ ਹੀ ਰਹੋ ਨਾ। सुनो अगे इश्तिहारा के रंग में मुझे हमला ठहराया गया और हमला ठहराया गया और वो कई महीने के बाद कई महीने तो कई तो पीछे लफ्ज की है आखिर कई महीने के बाद जो 10 महीने से ज्यादा महीने के बाद यानी 10 महीने दा इश्तिहारे दे रंग च हमल मिर्जा साहब नूं ठहराया गया। ਇਹਦੇ ਚ ਕੋਈ ਬੁਰੀ ਗੱਲ ਤੇ ਨਹੀਂ, ਖੁਦ ਮਿਰਜ਼ਾ ਸਾਹਿਬ ਨੇ ਲਿਖਿਆ।
ਨਹੀਂ ਕੋਈ ਗੱਲ 40 ਸਾਲ ਤੱਕ ਵੀ ਹੋ ਸਕਦੀ ਹੈ, ਨਬੀਆਂ ਨੂੰ 40 ਸਾਲ ਦੀ ਵੇਖੋ ਉਮਰ ਹੋਏਗੀ। ਇਹ ਵੇਖੋ ਇਹ ਗੱਲ ਗਲਤ ਹੈ, ਇਹ ਨਹੀਂ ਤੁਹਾਡੀ ਕੋਈ ਨਜਾਇਜ਼ ਗਲਤ ਗੱਲ ਨਹੀਂ, ਮੈਂ ਕੋਈ ਤੁਹਾਨੂੰ ਗਲਤ ਗੱਲ ਤੀਜੀ ਵਾਰੀ ਰਿਕੁਐਸਟ ਕਰਨੇ ਆ। ਮੈਂ ਕੋਈ ਗਲਤ ਗੱਲ ਨਹੀਂ ਕਰ ਸਕਦਾ ਭਾਈ ਇਹ ਮੈਂ ਤੁਹਾਨੂੰ ਤੀਜੀ ਵਾਰ ਰਿਕੁਐਸਟ ਕਰਨਾ, ਜੋ ਮੈਂ ਮਿਰਜ਼ਾ ਤੁਹਾਨੂੰ ਸਾਹਿਬ ਨੇ 1000 ਆਪਣੇ ਦਫਾ ਬਾਰੇ ਰਿਕੁਐਸਟ ਕਰ ਸਕਦਾ। ਸੁਣ ਲਓ ਹਾਂਜੀ ਸ਼ੇਖ ਅਬਦੁਲ ਕਾਦਰ ਜਿਲਾਨੀ ਨੇ ਆਪਣੇ ਬਾਰੇ ਆਖਿਆ ਹੋਵੇ, ਨਬੀ ਪਾਕ ਨੇ ਆਪਣੇ ਬਾਰੇ ਆਖਿਆ ਹੋਵੇ, ਮੂਸਾ ਅਲੈਹਿਸ ਸਲਾਮ ਨੇ ਆਪਣੇ ਬਾਰੇ ਆਖਿਆ, ਤੁਸੀਂ ਉਹ ਤਹਿਰੀਰ ਪੇਸ਼ ਕਰੋ, ਤੁਸੀਂ ਆਪ ਨਾ ਕੋਲੋਂ ਨਾਲ ਇਹੋ ਜਿਹੇ ਗੰਦੇ ਇਸ਼ਤਿਹਾਰ ਕਰੋ। ਬਈ ਨਬੀ ਪਾਕ ਕਿਤਾਬਾਂ ਨਹੀਂ ਲਿਖਦੇ ਸਨ, ਉਹ ਪੜ੍ਹੇ ਜੇ ਨਹੀਂ ਲਿਖਦੇ ਰਹੇ ਗੱਲਾਂ ਤੇ ਕਰਦੇ ਰਹੇ ਨਾ, ਇਹੋ ਜਿਹੀ ਕੋਈ ਗੱਲ ਉਹਨਾਂ ਦੀ ਦਿਸਾਂ ਨਹੀਂ ਬਈ ਉਹਨਾਂ ਦੀਆਂ ਉਹ ਸਾਰੀਆਂ ਗੱਲਾਂ ਸਾਡੇ ਨਾਲ ਸਾਡੇ ਕੋਲ ਤੇ ਨਹੀਂ ਨਾ, ਜਾਂ ਨਬੀ ਪਾਕ ਸਾਡੇ ਤੱਕ ਜਿੰਨੀਆਂ ਪਹੁੰਚੀਆਂ ਨੇ ਉਹ ਵੀ ਸਹੀ। ਫਿਰ ਜੇ ਨਹੀਂ ਅੱਛਾ ਅਗਰ ਨਹੀਂ ਪਹੁੰਚੀ ਕੋਈ ਤਾਂ ਆਪਣੇ ਕੋਲੋਂ ਤੇ ਨਹੀਂ ਨਾ ਕਰੀ ਜਾ ਸਕਦੀ ਗੱਲ। ਨਹੀਂ ਆਪਣਾ ਇਨਸਾਨ ਸਰ, ਖੁਦਾ ਤਾਲਾ ਕੁਰਾਨ ਹੀ ਕਹਿੰਦਾ ਤਾਂ ਨਹੀਂ ਮੰਨਦਾ ਯਾਰ ਇਨਸਾਨਾਂ ਨੂੰ ਇਸ਼ਤਿਹਾਰੇ ਦੇ ਅੱਛਾ ਦੱਸੋ ਇੱਕ ਗੱਲ, ਇੱਕ ਮਿੰਟ ਠਹਿਰ ਜਾਓ, ਅਮਲ ਹੁੰਦਾ ਹੈ। ਲਾਮਾ ਸਾਹਿਬ ਇੱਕ ਗੱਲ ਦੱਸੋ, ਕੁਰਾਨ ਕਰੀਮ ਵਿੱਚ ਅੱਲਾਹ ਤਾਲਾ ਫਰਮਾਂਦਾ ਹੈ ਨਬੀ ਪਾਕ ਨੂੰ ਕਿ ਤੈਨੇ, ਨਬੀ ਪਾਕ ਨੇ ਆਪਣੇ ਮੂੰਹ ਔਰ ਜ਼ਬਾਨ ਮੁਬਾਰਕ ਤੋਂ ਕਹਿ ਕੇ 40 ਸਾਲ ਤੱਕ ਮੈਨੂੰ ਬਿਲਕੁਲ ਈਮਾਨ ਦਾ ਨਹੀਂ ਪਤਾ ਸੀ, ਕਿਆ ਕਿਧਰ ਹੈ ਜਦੋਂ ਕਹਤੇ ਕੁਰਾਨ ਨਹੀਂ ਕੁਰਾਨ ਨੇ ਤਾਂ ਕਹਿ ਦਿੱਤਾ, ਅੱਲਾਹ ਤਾਲਾ ਨੇ ਕਿਹਾ ਨਾ, ਐਸੇ ਜੀ ਕਿਹਾ ਨਬੀ ऐसे तेरी अगर उस चीज का रिकॉर्ड नहीं तेरा भी नहीं है, रसूल अल्लाह ने अपने मुंह नहीं किया है, लाजमी नहीं ना किया हो सकता कि सुहाबी ने पूछा या रसूल अल्लाह तुहाडे वर्गा कामिल इंसान खातमुन नबीन खातमुल मुरसलीन रहमतुल लिल आलमीन जिन्ना तो ईमान दा मतलब शुरू होंदा है, ईमान शुरू होंदा है, सिरात मुस्तकीम तानू 40 साल तक भी ईमान दा नहीं पता सी, और ईसा इब्ने मरियम भंगूड़े च बोल पिया कि मुझे किताब और हिकमत मिली है, ਉਹ ਤੁਸੀਂ ਕਹਿੰਦੇ ਹੋ ਕਿ ਮੈਂ ਇਮਾਮੁਲ ਅੰਬੀਆ ਵਾਂ, ਕਿਸੇ ਨੇ ਸਵਾਲ ਨਹੀਂ ਪੁੱਛਿਆ ਹੈ ਜੀ। ਇਹ ਬੜਾ ਜੈਨੂਇਨ ਸਵਾਲ ਹੈ ਨਾ। ਈਸਾ ਇਬਨ ਮਰੀਮ ਇੱਕ ਅਦਨਾ ਨਬੀ ਕਿ ਜੋ ਮੇਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮਾਂ ਦਾ ਗੁਲਾਮ, ਉਹ ਭੰਗੂੜੇ 'ਚ ਬੋਲ ਪਿਆ बचपन ही यहूदियों के सामने कि मुझे खुदा ने किताब और हिकमत दी है, और वो दिन मुबारक है जिस दिन मैं पैदा हुआ, और वो दिन भी मुबारक होगा जिस दिन मैं इस दुनिया से जाऊंगा। तो मेरे नबी नू 40 साल तक ईमान दी नहीं पता सी, इमामुल अंबिया। अच्छा ये ਜਿਹੜੀ ਗੱਲ ਹੈ ਨਾ, ਮੇਰੀ ਗੱਲ ਸੁਣੋ। अच्छा जी, ਇਹ ਤਾਂ ਹੁਣ ਮੈਂ ਜਵਾਬ ਦੇਣਾ, ਤੁਸੀਂ ਚੁੱਪ ਕਰਕੇ ਸੁਣੋ, ਮੈਂ ਤੁਹਾਡਾ ਸਵਾਲ ਸੁਣ ਲਿਆ। ਗੱਲ ਇਹ ਹੈ ਕਿ ਇਹ ਤੇ ਈਸਾ ਅਲੈਹਿਸ ਸਲਾਮ ਦਾ ਬਚਪਨ ਦੇ ਵਿੱਚ ਮਾਂ ਦੀ ਗੋਦ ਦੇ ਵਿੱਚ ਬੋਲਣਾ ਔਰ ਉਹਨਾਂ ਨੂੰ ਕੌਮ ਨੂੰ ਮੁਖਾਤਬ ਕਰਕੇ ਇਹ ਆਖਣਾ ਕਾਲਾ ਇੰਨੀ ਅਬਦੁੱਲਾ, ਇਹ ਇੱਕ ਮੌਜਜ਼ਾ ਹੈ। ਵੈਸੇ ਆਮ ਹਾਲਾਤ अच्छा है मौजज़ा है, ए मौजज़े का लफ्ज कुरान विच किधरे है? मौजज़े का लफ्ज खुदा ताला ने किधरे कुरान विच किया होए कि ए ਯਾਰ ਮੈਨੂੰ ਗੱਲ ਕਰ ਲੈਣ ਦਿਓ, ਜੇ ਵਿੱਚ ਗੱਲ ਦੇ ਵਿੱਚ ਤੁਹਾਡਾ ਕੋਈ ਸਵਾਲ ਹੈ ਤੁਸੀਂ ਨੋਟ ਕਰ ਲਓ, ਲੇਕਿਨ ਇੰਜ ਤੇ ਨਾ ਕਰੋ। अच्छा जी, ਪਹਿਲਾ ਹੀ ਦਿਹਾੜਾ ਹੈ ਇਹ, ਤੇ ਰੋਜ਼ੇ ਮੁੱਕੇ ਨੇ, ਤੇ ਮਤਲਬ ਅੱਜ ਹੀ ਲੜਨਾ ਸ਼ੁਰੂ ਕਰ ਦਾਂਗੇ। नहीं मैं लड़दा नहीं, नाउज़ बिल्लाह लामा साहब रात किस तरह गुजरेगी? ਐਡੀ ਮੇਰੀ ਜ਼ਰੂਰਤ ਗੱਲ ਕਿਤੇ ਮੁਕੰਮਲ ਕਰ ਲੈਣ ਦਿਓ, ਮੈਂ ਇਹ ਪਿਕ ਕਰਨਾ। ਇਹਦੇ ਨਾਲ ਈਸਾ ਅਲੈਹਿਸ ਸਲਾਮ ਦੀ ਨਬੀ ਅਲੈਹਿਸਸਲਾਤੁ ਵਸਲਾਮ ਦੇ ਉੱਤੇ ਬਰਤਰੀ ਸਾਬਤ ਨਹੀਂ ਹੁੰਦੀ, ਬਲਕਿ ਇਹ ਐਸੇ ਤਰ੍ਹਾਂ ਮੌਜਜ਼ਾ ਹੈ ਈਸਾ ਅਲੈਹਿਸ ਸਲਾਮ ਦਾ ਜਿਸ ਤਰ੍ਹਾਂ ਮੂਸਾ ਅਲੈਹਿਸ ਸਲਾਮ ਦੇ ਮੌਜਜ਼ਾਤ ਨੇ। ਹੁਣ ਬੰਦਾ ਆਖੇ, ਕੋਈ ਯਹੂਦੀ ਆਖੇ ਕਿ ਮੂਸਾ ਅਲੈਹਿਸ ਸਲਾਮ ਨੇ ਜਿਸ ਤਰ੍ਹਾਂ ਜਾ ਕੇ ਬਾਦਸ਼ਾਹ ਦੇ ਦਰਬਾਰ, ਫਰੌਨ ਦੇ ਦਰਬਾਰ 'ਚ ਜਾ ਕੇ ਤੇ ਉਹ ਰੱਸੀਆਂ ਸਾਰੀਆਂ ਉਹਨਾਂ ਦਾ ਉਹ ਸੋਟਾ ਜਿਹੜਾ ਅਸਦਹਾ ਬਣ ਕੇ ਖਾ ਗਿਆ, ਤੇ ਇਹ ਜਾਦੂਗਰ ਸਾਰੇ ਉਹਨਾਂ ਦੇ ਪੈਰੀ ਟਹਿ ਪਏ, ਤੇ ਇਹਦੇ ਨਾਲ ਮੂਸਾ ਅਲੈਹਿਸ ਸਲਾਮ ਦੀ ਈਸਾ ਅਲੈਹਿਸ ਸਲਾਮ ਤੇ ਬਰਤਰੀ ਸਾਬਤ ਕਿਉਂ? ਕਿਉਂਕਿ ਈਸਾ ਅਲੈਹਿਸ ਸਲਾਮ ਦੀ ਜ਼ਿੰਦਗੀ 'ਚ ਇਹੋ ਜਿਹਾ ਵਾਕਿਆ ਕੋਈ ਨਹੀਂ ਹੋਇਆ। ਇਹ ਕੋਈ ਦਲੀਲ ਨਹੀਂ ਹੁੰਦੀ। ਬਰਤਰੀ ਨਾ ਈਸਾ ਅਲੈਹਿਸ ਸਲਾਮ ਦੀ ਬਚਪਨ ਦੇ ਵਿੱਚ ਗੱਲ ਕਰਨ ਨਾਲ ਸਾਬਤ ਹੁੰਦੀ, ਨਾ ਮੂਸਾ ਅਲੈਹਿਸ ਸਲਾਮ ਦੇ ਫਰੌਨ ਦੇ ਦਰਬਾਰ 'ਚ ਜਾ ਕੇ ਮੌਜਜ਼ਾ। ਇਹ ਮੌਜਜ਼ਾਤ ਨੇ। ਅਸੀਂ ਜਿਹੜੀ ਗੱਲ ਪੇ ਕਰਨੇ ਆ ਨਾ, ਉਹ ਸਿਰਫ ਔਰ ਸਿਰਫ ਇੱਥੇ ਪੇ ਕਰਨੇ ਆ ਕਿ ਮਿਰਜ਼ਾ ਸਾਹਿਬ ਨੇ ਵੀ ਆਪਣਾ ਇੱਕ ਪ੍ਰੋਸੈਸ ਬਿਆਨ ਕੀਤਾ ਹੈ, ਔਰ ਉਹਦੇ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ, ਬਲਕਿ ਇਹਨੂੰ ਫਖਰ ਨਾਲ, ਜੇ ਤੁਸੀਂ ਉਹਨਾਂ ਦੇ ਮੰਨਣ ਵਾਲੇ ਹੋ ਨਾ, ਤੇ ਇਹਨੂੰ ਫਖਰ ਨਾਲ ਬਿਆਨ ਕਰਨਾ ਚਾਹੀਦਾ ਕਿ ਹਾਂ ਅਸੀਂ ਮੰਨਦੇ ਹਾਂ ਕਿ ਮਿਰਜ਼ਾ ਸਾਹਿਬ ਨੂੰ ਇਸ਼ਤਿਹਾਰਾਂ ਦੇ ਰੰਗ ਵਿੱਚ 10 ਮਹੀਨੇ ਤੱਕ ਹਾਮਲਾ ਠਹਿਰਾਇਆ ਗਿਆ, ਔਰ ਅਸੀਂ ਇਹਦੇ 'ਚ ਕੋਈ ਸ਼ਰਮ ਨਹੀਂ ਮਹਿਸੂਸ ਕਰਦੇ। ਜਦੋਂ ਮਿਰਜ਼ਾ ਸਾਹਿਬ ਨੇ ਆਪ ਆਖਿਆ ਕਿ ਪਹਿਲਾਂ ਉਹਨਾਂ ਨੂੰ ਤੀਸਰਾ ਹਿੱਸਾ ਜਦੋਂ ਉਹਨਾਂ ਲਿਖਿਆ ਬਰਾਈਨੇ ਅਹਿਮਦੀਆ ਦਾ, ਤੇ ਉਹਨਾਂ ਦਾ ਨਾਮ ਮਰੀਮ ਰੱਖਿਆ ਗਿਆ, ਤੇ 2 ਸਾਲ ਤੱਕ ਸਿਫਤੇ ਮਰੀਮੀਅਤ ਦੇ ਵਿੱਚ ਮਿਰਜ਼ਾ ਸਾਹਿਬ ਪਰਵਰਿਸ਼ ਪਾਉਂਦੇ ਰਹੇ, ਤੇ ਫਿਰ 2 ਸਾਲ ਤੋਂ ਬਾਅਦ ਜਦੋਂ ਗੁਜ਼ਰ ਗਏ 2 ਸਾਲ, ਤੇ ਫਿਰ ਮਿਰਜ਼ਾ ਸਾਹਿਬ ਦੇ ਅੰਦਰ ਈਸਾ ਦੀ ਰੂਹ ਨਫਖ ਕੀਤੀ ਗਈ, ਤੇ ਇਸ਼ਤਿਹਾਰੇ ਦੇ ਰੰਗ ਵਿੱਚ ਮਿਰਜ਼ਾ ਸਾਹਿਬ ਨੂੰ ਹਾਮਲਾ ਕਰ ਦਿੱਤਾ ਗਿਆ। 10 ਮਹੀਨੇ ਤੱਕ ਉਹ ਹਮਲ ਬਰਕਰਾਰ ਰਿਹਾ,
बजरिया इस इल्हाम के जो सबसे आखिर बराइनियम दे किस्सा 4 सफा 556 में दर्ज है। लो हुण ਉਹ अमल खत्म होने लगा, ਜਿਹੜਾ ਚੌਥਾ ਹਿੱਸਾ ਜਦੋਂ ਖਤਮ ਹੋਣ ਲੱਗਾ ਨਾ ਬਰਾਈਨੀਅਮ ਦੀ ਉਹਦਾ 556 ਸਫਾ ਉੱਥੇ ਕਹਿੰਦੇ ਨੇ ਮੁਝੇ ਮਰੀਮ ਸੇ ਈਸਾ ਬਣਾਇਆ ਗਿਆ। ਸੁਭਾਨ ਅੱਲਾਹ। ਤੁਹਾਨੂੰ ਤਾਂ ਇੱਥੇ ਸੁਭਾਨ ਅੱਲਾਹ ਕਹਿਣਾ ਚਾਹੀਦਾ ਹੈ ਖੁਸ਼ੀ ਨਾਲ। ਬਈ ਦੇਖੋ ਨਾ, ਇੱਕ ਬੰਦੇ ਦਾ 40 ਸਾਲ ਦਾ ਹਮਲ ਸੀ, फिर बकवास, मोहम्मद तो मोहम्मद फिर बकवास रसूल नहीं, ये बकवास, ये बगैर बम्बास्टिक गुस्ताखी नहीं कर इधर है। नहीं गुस्ताखी नहीं कर रहा यार, मैं बात ही कर रहा हूँ जिस तरह आमिर नजीर जिस टाइम में बात कर रहे हैं उस टाइम में बात कर रहा हूँ। सुभान मेरी अल्लाह। गल सुनो ना, मैंने भी कहा सुभान ਜਿਹੜੀ अल्लाह। ਗੱਲ ਸਾਡੇ ਲਿਟਰੇਚਰ ਚ ਨਹੀਂ ਲਿਖੀ, ਬਈ ਤੁਹਾਡਾ ਲਿਟਰੇਚਰ ਹੈ ਹੀ ਨਹੀਂ, ਨਬੀ ਪਾਕ ਦਾ ਕੋਈ ਲਿਟਰੇਚਰ ਨਹੀਂ। ਜੇ ਤੁਸੀਂ ਆਖੋਗੇ यार, अगर वो आखोगे यार नबी पाक दा कोई लिटरेचर ਹੁਣ ਫਿਰ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਤੁਹਾਡੇ ਲਿਟਰੇਚਰ ਵਿੱਚ ਇਹ ਲਿਖਿਆ ਹੈ ਕਿ ਨਬੀ ਪਾਕ ਅਗਰ ਦੀ ਵਫਾਤ ਯਾਰ ਤੋਂ ਜੋ 2 ਕੁਝ ਸਾਲ ਬਾਅਦ ਯਾਰ ਮੇਰੀ ਗੱਲ ਸੁਣ, ਜੋ ਕੁਝ ਲਿਖਿਆ ਜੋ ਸਾਡੇ ਲਿਟਰੇਚਰ ਚ ਲਿਖਿਆ ਤੁਸੀਂ ਉਹਨੂੰ ਤੁਹਾਡੇ ਲਿਟਰੇਚਰ ਵਿੱਚ ਲਿਖਿਆ ਕਿ ਨਬੀ ਪਾਕ 2 ਸਾਲ ਬਾਅਦ ਪੈਦਾ ਹੋਏ ਨੇ। ਬਕਵਾਸ ਕਰ ਰਹੇ ਹੋ ਤੁਸੀਂ, ਕੋਈ ਫਿਰ ਦੇਖੋ ਤੁਸੀਂ ਵੀ ਤਾਂ ਬਕਵਾਸ ਕਰਦੇ ਪਏ ਹੋ। ਉਹ ਵਾਲਾ ਮਸਲਾ ਦੱਸੋ ਕਿੱਥੇ ਲਿਖਿਆ, ਦੱਸੋ ਕਿੱਥੇ ਲਿਖਿਆ, ਕਿਤਾਬ ਚ ਲਿਖਿਆ। ਇਹ ਮੇਰੇ ਕੋਲ ਆਡੀਓ ਸੁਣਾਵਾ। ਆਡੀਓ ਨਹੀਂ, ਮੈਨੂੰ ਕਿਤਾਬ ਪੇਸ਼ ਕਰੋ। ਸੇ ਕਿ ਬਈ ਉਹ ਆਪਣੇ ਲਿਟਰੇਚਰ ਤੁਹਾਡੇ ਉਹ ਯਾਰ ਸਾਡੇ ਕਿਹੜੇ ਲਿਟਰੇਚਰ ਚ ਜਿਹੜੇ ਲਿਖਿਆ, ਮੁਸਲਮਾਨ ਨੇ ਤੁਹਾਡੇ ਮੁਸਲਮਾਨ ਉਲਮਾ, ਸਾਡੇ ਕਿਹੜੇ ਲਿਟਰੇਚਰ ਚ ਇਹ ਗੱਲ ਲਿਖੀ ਹੈ। ਉਲਮਾ ਜਿਹੜੇ ਕਿ ਰਸੂਲ ਅੱਲਾਹ ਤੋਂ ਬਾਅਦ ਉਹਨਾਂ ਦੇ ਨਹੀਂ, ਹੁਣ ਤੁਸੀਂ ਮੇਰੀ ਗੱਲ ਸੁਣੋ, ਮੈਨੂੰ ਮੈਂ ਮੇਰੀ ਗੱਲ ਸੁਣੋ, ਮੈਨੂੰ ਸਮਝ ਆ ਗਈ ਹੈ ਕਿ ਮਿਰਜ਼ਾ ਸਾਹਿਬ ਦੀ, ਮੇਰੀ ਗੱਲ ਸੁਣੋ ਨਾ। ਉਹ ਯਾਰ ਤੁਹਾਡੀ ਅਲਾਮਾ ਸਾਹਿਬ ਤੁਸੀਂ ਬੋਲੀ ਜਾਂਦੇ ਇਹ ਤੇ ਗੱਲ ਗਲਤ ਹੈ ਕਿ ਇਹ ਬਰਦਾਸ਼ਤ ਨਹੀਂ ਵੀ ਹੁੰਦੀ। ਇਹ ਤੁਹਾਡੇ ਕੋਲ ਮਿਰਜ਼ਾ ਸਾਹਿਬ ਦੀ ਜਿਹੜੀ ਹੈ ਨਾ ਪ੍ਰੈਗਨੈਂਸੀ, ਇਹ ਉਲਟਾ ਤੁਹਾਨੂੰ ਪ੍ਰੈਗਨੈਂਸੀ 40 ਸਾਲ ਦੀ ਪ੍ਰੈਗਨੈਂਸੀ ਸੁਣਨ ਨਹੀਂ ਚੁੱਕਣ ਨਹੀਂ ਵੀ ਹੁੰਦੀ ਤੇ ਤੁਸੀਂ ਕੋਲ 40 ਸਾਲ ਦੀ ਇਮਾਮੁਲ ਅੰਬਿਆ ਦੀ ਮਾਸੂਮ ਜ਼ਾਤ ਉੱਤੇ ਭੌਂਕਣਾ ਸ਼ੁਰੂ ਕਰ ਦਿੱਤਾ। ਖੋਤੇ ਦੇ ਬੱਚੇ ਗੁਸਤਾਖੀ ਨਾ ਕਰ। ਇਹ ਸਾਰੇ ਨਬੀ ਮਾਸੂਮ, ਮੈਂ 3 ਵਾਰੀ ਰਿਕੁਐਸਟ ਕਰਕੇ ਆਖਿਆ ਵੀ ਇਹ ਮੈਂ ਵੀ ਤੁਹਾਡੇ ਨਾਲ ਗੁਜ਼ਾਰਿਸ਼ ਪਿਆ ਕਰਨਾ, ਸਾਡੇ ਮਿਰਜ਼ਾ ਸਾਹਿਬ ਨੂੰ ਅਮਲ ਹੋਇਆ ਹੈ ਤੇ ਤੁਸੀਂ ਮਿਰਜ਼ਾ ਸਾਹਿਬ ਦਾ ਅਮਲ ਮਿਰਜ਼ਾ ਸਾਹਿਬ ਤੱਕ ਰੱਖੋ। ਬਈ ਨਬੀ ਪਾਕ ਦਾ 40 ਸਾਲ ਦਾ ਅਮਲ ਜਿਹੜਾ ਆਪਣੇ ਘਰ ਲੈ ਜਾਓ ਤੇ ਆਪਣੇ ਬੱਚੀਆਂ ਨੂੰ, 40 ਸਾਲ ਦਾ ਆਪਣੇ ਬੱਚਿਆਂ ਨੂੰ ਪੜ੍ਹ ਕੇ, ਆਪਣੀਆਂ ਬੱਚੀਆਂ ਤੇ ਆਪਣੇ ਬੱਚਿਆਂ ਨੂੰ ਪੜ੍ਹ ਕੇ ਦੱਸੋ ਕਿ ਤੁਹਾਡੇ ਨਬੀ ਜੀ ਮਿਰਜ਼ਾ ਜੀ ਉਹ 10 ਸਾਲ ਤੱਕ ਆਮਲਾ ਰਹੇ ਨੇ, 10 ਮਹੀਨੇ ਤੱਕ ਸੋਰੀ, ਤੇ ਉਹ ਉਹਨਾਂ ਦੀ ਪ੍ਰੈਗਨੈਂਸੀ ਜਿਹੜੀ ਏ ਉਹਦੇ ਬਾਅਦ ਫਿਰ ਈਸਾ ਤੋਂ ਮਿਰਜ਼ਾ ਸਾਹਿਬ ਮਰੀਮ ਬਣ ਗਏ, ਸੋਰੀ ਮਰੀਮ ਤੋਂ ਈਸਾ ਬਣ ਗਏ। ਇਹ ਮਿਰਜ਼ਾ ਸਾਹਿਬ ਨੇ ਜੋ ਕੋਈ ਲਿਖਿਆ ਇੱਕ ਵੀ ਲਫ਼ਜ਼ ਅਸੀਂ ਆਪਣੇ ਕੋਲੋਂ ਨਹੀਂ ਬੋਲ ਰਹੇ। ਤੁਸੀਂ ਬਗੈਰਤੀ ਕਰ ਰਹੇ ਹੋ, ਤੁਸੀਂ ਨਬੀਆਂ ਦੇ ਬਾਰੇ ਬਕਵਾਸ ਕਰ ਰਹੇ ਹੋ, ਇਹ ਨਹੀਂ ਚੰਗਾ ਹੁੰਦਾ ਕੰਮ। ਇਹਦੀ ਬਜਾਏ ਫਖਰ ਨਾਲ ਫਖਰ ਨਾਲ ਤਹਿਰੀਰਾਂ ਤੁਹਾਨੂੰ ਪੜ੍ਹ ਕੇ ਇਹਨਾਂ ਨੂੰ ਆਉਣ ਕਰਨਾ ਚਾਹੀਦਾ ਤੇ ਆਖਣਾ ਚਾਹੀਦਾ ਵੀ ਇਹ ਬਿਲਕੁਲ ਸਾਡੀ ਅਸੀਂ ਮੰਨਦੇ ਹਾਂ ਤਹਿਰੀਰ ਨੂੰ ਕਿ ਮਿਰਜ਼ਾ ਸਾਹਿਬ ਨੂੰ ਇਹ ਅਮਲ ਹੋਇਆ 10 ਮਹੀਨੇ ਦਾ, ਔਰ ਇਸ ਅਮਲ ਦੇ ਜ਼ਰੀਏ ਮਿਰਜ਼ਾ ਸਾਹਿਬ ਈਸਾ ਬਣੇ ਨੇ। ਇਸ ਤਰੀਕੇ ਨਾਲ ਮਿਰਜ਼ਾ ਸਾਹਿਬ ਈਸਾ ਬਣੇ ਨੇ। ਇਹ ਜੋ ਤਰੀਕਾ ਜਿਹੜਾ ਤੁਸੀਂ ਪਿਆਉਂਦੇ ਹੋ ਕਿ ਮਿਰਜ਼ਾ ਸਾਹਿਬ ਦਾ ਨਾਂ ਜਿਹੜਾ ਈਸਾ ਰੱਖਿਆ ਇੰਜ ਰੱਖਿਆ ਗਿਆ ਜੀ 10 ਮਹੀਨੇ ਦਾ ਅਮਲ ਠਹਿਰਾ ਕੇ, ਤੇ ਉਹ 10 ਮਹੀਨੇ ਦੇ ਅਮਲ ਤੋਂ ਬਾਅਦ ਮਿਰਜ਼ਾ ਸਾਹਿਬ ਦਾ ਨਾਂ ਗੁਲਾਮ ਅਹਿਮਦ ਕਾਦੀਆਨੀ ਰੱਖਿਆ ਸੀ ਮਾਂ ਪਿਓ ਨੇ, ਤੇ ਯਲਾਸ਼ ਨੇ ਇਹਨਾਂ ਨੂੰ ਹਮਲਾ ਕਰ ਦਿੱਤਾ ਇਸ਼ਤਿਹਾਰੇ ਦੇ ਰੰਗ 'ਚ ਹਮਲਾ ਕਰਕੇ, ਤੇ 10 ਮਹੀਨੇ ਤੋਂ ਬਾਅਦ ਇਹਨਾਂ ਦਾ ਨਾਂ ਆਖਿਆ ਵੀ ਅੱਜ ਤੋਂ ਬਾਅਦ ਤੁਹਾਡਾ ਨਾਂ ਈਸਾ ਹੋ ਗਿਆ। ਇਹ ਜੇ ਉਹ ਤਰੀਕਾ ਹੈ, ਲੋਕਾਂ ਨੂੰ ਤੁਸੀਂ ਫਖਰ ਨਾਲ ਬਿਆਨ ਕਰੋ ਬਜਾਏ ਇਸ ਦੇ ਕਿ ਪਿਛਲੇ ਨਬੀਆਂ ਦੇ ਉੱਤੇ ਬੰਦਾ ਜਾ ਕੇ ਤਬਰਰਾ ਕਰੇ, ਬਕਵਾਸ ਕਰੇ। ਇਹਦੀ ਬਜਾਏ ਇਸ ਤਹਿਰੀਰ ਨੂੰ ਖੁਸ਼ੀ ਨਾਲ ਬਿਆਨ ਕਰਨਾ ਚਾਹੀਦਾ ਹੈ, ਔਰ ਇਹਨੂੰ ਔਨ ਕਰਨਾ ਚਾਹੀਦਾ ਹੈ, ਔਰ ਇਹਦੇ ਉੱਤੇ ਫਖਰ ਕਰਨਾ ਚਾਹੀਦਾ ਕਿ ਤੁਸੀਂ ਉਸ ਨਬੀ ਦੇ ਪੈਰੋਕਾਰ ਹੋ ਜਿਸ ਨਬੀ ਨੂੰ 10 ਸਾਲ ਤੱਕ 10 ਮਹੀਨੇ ਤੱਕ ਪ੍ਰੈਗਨੈਂਸੀ ਰਹੀ ਹੈ ਇਸ਼ਤਿਹਾਰੇ ਦੇ ਨਾਲ। 40 ਤੁਸੀਂ ਬਗੈਰਤੀ ਹੈ ਨਾ, ਇਹ ਬਗੈਰਤੀ ਹੈ, ਇਹ ਬਗੈਰਤੀ ਹੈ। ਇਸ ਬਗੈਰਤੀ ਦੀ ਬਜਾਏ ਮੈਂ ਦੱਸਿਆ ਨਹੀਂ ਤੁਹਾਡੀ ਬੜੀ ਇਸ ਬਗੈਰਤੀ ਨੂੰ ਗਲੇ ਦੇ ਵਿੱਚ ਤੋਕ ਪਾ ਤੁਹਾਡੇ ਤੋਂ ਵੱਡਾ ਕੋਈ ਬਗੈਰਤ ਨਹੀਂ ਹੈ। ਇਹ ਤੋਕ ਪਾ ਕੇ ਗਲੇ ਦੇ ਵਿੱਚ ਫਿਰੋ ਤੇ ਆਖੋ ਅਸੀਂ ਉਸ ਨਬੀ ਦੇ ਪੈਰੋਕਾਰ ਅਸੀਂ ਉਸ ਨਬੀ ਦੇ ਪੈਰੋਕਾਰ ਜਿਸ ਨਬੀ ਨੂੰ 10 ਮਹੀਨੇ ਦਾ ਅਮਲ ਹੋਇਆ ਸੀ ਇਸ਼ਤਿਹਾਰੇ ਦੇ ਰੰਗ 'ਚ, ਫਿਰ ਉਹ ਅਮਲ ਦੇ ਜ਼ਰੀਏ ਉਹ ਬੰਦਾ ਈਸਾ ਬਣਿਆ। ਇਹ ਲੋਕਾਂ ਨੂੰ ਫਖਰ ਨਾਲ ਬਿਆਨ ਕਰੋ। ਵੇਖੋ ਜਿਹੜੀ ਆਪਣੇ ਨਬੀ ਦੀ ਤਾਲੀਮ ਹੁੰਦੀ ਹੈ ਉਹਦੇ ਤੋਂ ਸ਼ਰਮਾਣਾ ਨਹੀਂ ਚਾਹੀਦਾ, ਬਲਕਿ ਬੇਸ਼ਰਮ ਹੋ ਕੇ ਬੇਹਯਾ ਹੋ ਕੇ नारा मार के आना चाहिए है, हम हैं मिर्जा गुलाम अहमद कादियानी के पैरोकार जिसको 10 महीने का हमल हुआ और वो 10 महीने के हमल के बाद वो ईसा बना, उसका नाम ईसा बनाया रखा गया। यल्लाश ने उसको इश्तिहारा के रंग में 10 महीने तक हामला ठहराए रखा।
10 महीने का हमल उसको हुआ। ये इसमें शर्माने वाली कौन सी बात है? इसमें तो फख्र करने वाली बात है कि भाई हम मिर्जा गुलाम अहमद कादियानी के पैरोकार हैं और उसको 10 महीने का हमल हुआ था, हम मानते हैं। ਇਹਦੇ ਬਜਾਏ ਕਿ ਤੁਸੀਂ ਉਹ ਨਬੀਆਂ ਉੱਤੇ ਤਬਰਾ ਕਰਨਾ ਸ਼ੁਰੂ ਕਰ ਦਿਓ, ਬਦਤਮੀਜ਼ੀਆਂ ਕਰਨੀਆਂ ਸ਼ੁਰੂ ਕਰ ਦਿਓ। ਰਿਕੁਐਸਟ ਤੁਹਾਨੂੰ 3 ਵਾਰੀ ਕੀਤੀ ਹੈ ਕਿ ਤੁਸੀਂ ਆਪਣਾ ਅਮਲ ਆਪਣੇ ਘਰੇ ਹੀ ਰੱਖੋ, ਇਹ ਤੁਹਾਡਾ ਅਮਲ ਹੈ। ਬਲਕਿ ਇੱਕ ਹੋਰ ਜਗ੍ਹਾ ਮਿਰਜ਼ਾ ਸਾਹਿਬ ਨੇ ਇਹ ਵੀ ਲਿਖਿਆ ਹੈ ਕਿ ਇਹਨਾਂ ਨੂੰ ਜਿਹੜਾ ਮੁਨਸ਼ੀ ਲਾਈ ਬਖਸ਼ੇ ਨਾ, ਉਹ ਇਹਨਾਂ ਦਾ ਐਜ਼ ਵੇਖਣਾ ਚਾਹੁੰਦਾ ਸੀ। ਪਤਾ ਜੇ ਮੁਨਸ਼ੀ ਲਾਈ ਬਖਸ਼ ਅਕਾਊਂਟੈਂਟ ਸੀ ਜਿਹੜਾ, ਉਹ ਮਿਰਜ਼ਾ ਸਾਹਿਬ ਦਾ ਹੈਜ਼ ਵੀ ਵੇਖਣਾ ਚਾਹੁੰਦਾ ਸੀ। ਇਲਹਾਮ ਹੋਇਆ, ਇਹ ਲਾਸ਼ ਨੇ ਉਹਨਾਂ ਨੂੰ ਆਖਿਆ, ये लाश ने दसिया कि मुंशी लाई बख्श तुम्हारा हैज देखना चाहता है। ਇਹਦੇ ਤੇ ਫਖਰ ਕਰਨਾ ਚਾਹੀਦਾ ਕਿ ਇਹਨੂੰ ਦੂਜਿਆਂ ਨਬੀਆਂ ਦੇ ਉੱਤੇ ਤਬਰਾ ਕਰਨਾ ਚਾਹੀਦਾ, ਆਪਣੀ ਗੰਦਗੀ ਨੂੰ ਦੂਜਿਆਂ ਸੱਚਿਆਂ ਨਬੀਆਂ ਪਾਕ ਨਬੀਆਂ ਦੇ ਉੱਤੇ ਉਛਾਲਣਾ ਚਾਹੀਦਾ। ਇਸ ਗੰਦਗੀ ਨੂੰ ਆਪਣੇ ਉੱਤੇ ਕੱਪੜਿਆਂ ਉੱਤੇ ਮਾਲ ਕੇ, ਆਪਣੇ ਪਿੰਡੇ ਤੇ ਮਾਲ ਕੇ ਤੇ ਗਲੀ ਗਲੀ ਫਿਰਨਾ ਚਾਹੀਦਾ ਤੇ ਆਣਾ ਚਾਹੀਦਾ है हम हैं एक ऐसे नबी के पैरोकार जिसका हैज देखना चाहता था मुंशी लाई बख्श अकाउंटेंट। हम हैं ऐसे नबी के पैरोकार जिसको 10 महीने का हमल ठहराया गया इश्तियारे के रंग में, और फिर 10 महीने के हमल के बाद उसका नाम गुलाम अहमद कादियानी से ईसा बन गया, ईसा हो गया। ਇਹਦੇ ਤੇ ਫਖਰ ਕਰੋ, ਤੁਸੀਂ ਸ਼ਰਮਾਂਦੇ ਹੋ, ਸ਼ਰਮ ਨਾ ਕਰੋ, ਬੇਸ਼ਰਮ ਬਣ ਕੇ ਜੀਓ। ਸ਼ਰਮ ਨਾ ਕਰੋ, ਬੇਸ਼ਰਮ ਬਣ ਕੇ ਜੀਓ। ਜੀ ਉਹ ਪਤਾ ਹੈ ਕਿ ਟੀਵੀ ਤੇ ਆਉਂਦਾ ਸੀ ਇਸ਼ਤਿਹਾਰ, ਸਭ ਕੁਝ ਜਾਣ ਕੇ ਜੀਓ। ਤੁਸੀਂ ਵੀ बेशरम बन के जियो, शर्म के साथ ना जियो बल्कि बेशर्मी से जियो। की ख्याल एवें तुसी खामखा शर्म करन लगे हो कि हुण मैं इस बेशर्मी नूं किधर लैके जाए, इस संभल नूं मैं कित्थे तरां, मैं मंजी कित्थे डावां। सैनी साहब दा की हाल है जिहड़े आंदे ने मैं मंजी कित्थे डावां ते मैं किहड़े पासे जावां। शर्मान मिर्जा साहब दा पैरोकार होवे ते शर्माए इस गल तो, कोई गल ते नहीं ना करन वाली है। ਤੁਹਾਨੂੰ ਤੇ ਤੁਹਾਡੇ ਬਲਕਿ ਖਲੀਫਾ ਸਾਹਿਬ ਕਹਿ ਕੇ ਗਏ ਨੇ ਕਿ ਇਹ ਜਿਹੜੇ ਇਲਹਾਮਾਤ ਨੇ ਨਾ, ਇਹਨਾਂ ਦੀ ਤਲਾਵਤ ਕਰਿਆ ਕਰੋ। ਪਤਾ ਜੇ ਮਿਰਜ਼ਾ ਸਾਹਿਬ ਦੇ ਬੇਟੇ ਨੇ ਬਸ਼ੀਰੁद्दीन महमूद अहमद ਨੇ ਕਿਹਾ ਕਿ ਇਹ ਜਿਹੜਾ ਕਲਾਮ ਹੈ ਇਹਦੀ ਤਲਾਵਤ ਬਿਲ ਇਲਤਜ਼ਾਮ ਤਲਾਵਤ ਕਰਿਆ ਕਰੋ। ਮੇਰੀ ਗੱਲ ਸੁਣੋ, ਬ੍ਰੇਕ ਤੇ ਲਾਓ 1 ਮਿੰਟ। ਇਹਨਾਂ ਇਲਹਾਮਾਂ ਦੀ ਤਲਾਵਤ ਕਰੇ, ਤੁਸੀਂ ਸ਼ਰਮਾਂਦੇ ਹੋ। ਬਜਾਏ ਤਲਾਵਤ ਕਰਨ ਦੇ ਤੇ ਫਖਰ ਨਾਲ ਬਿਆਨ ਕਰਨ ਦੇ ਤੇ ਤਰਜ਼ਾਂ ਲਾ ਲਾ ਕੇ ਲੋਕਾਂ ਨੂੰ ਪੜ੍ਹ ਕੇ ਸੁਣਾਉਣ ਦੇ, ਤੁਸੀਂ ਸ਼ਰਮਾਂਦੇ ਹੋ ਪਏ ਤੇ ਆਂਦੇ ਹੋਏ ਹੋਏ ਗੰਦਗੀ ਜੀ ਕਿੱਥੇ ਗੱਲ ਪੈ ਗਈ, ਸਿਆਪਾ ਕਿਹੜੇ ਗੱਲ ਪੈ ਗਿਆ ਸਾਡੇ। ਸਾਡਾ ਮੁਸਲਮਾਨਾਂ ਦਾ ਵੇਖੋ, ਸਾਡਾ ਮੁਸਲਮਾਨਾਂ ਦਾ ਜਿਹੜਾ ਕਲਾਮ ਹੈ, ਇੱਜ਼ਤ ਮਾਫ। 1 ਮਿੰਟ ਗੱਲ ਤਾਂ ਸੁਣੋ, ਬ੍ਰੇਕ ਤੇ ਲਾਓ। ਇੱਜ਼ਤ ਮਾਫ ਆਮਰ, ਅਲਾਮਾ ਆਮਰ, ਮੁਫਤੀ ਹਕ ਸਾਹਿਬ 1 ਮਿੰਟ। ਇਹ ਵੇਖੋ ਅਸੀਂ ਆਪਣੇ ਨਬੀ ਦਾ ਕਲਾਮ ਕਿੰਨੇ ਫਖਰ ਨਾਲ ਪੇਸ਼ ਕਰਨੇ ਆ। रब्बना ला तुज़िग़ क़ुलूबना बअद इज़ हदैतना वहब लना मिन लदुनका रहमह इन्नका अंतल वहाब वहब लना मिन लदुनका रहमह। ਤੁਸੀਂ ਵੀ फखर नाल क्यों नहीं पढ़ के आंदे? मुंशी की पढ़ा देखना चाहता है, 40 साल के हमल के बाद इंसान नहीं ये बगैर थी, ये 40 साल या 40 महीने या 40 साल के हमल के ਖੋਤੇ ਦੇ ਪੈਰੋਕਾਰ ਆਪਣੇ ਨਬੀ ਦਾ ਪੜ ਹੈ। ਮਿਰਜ਼ਾ ਜੀ ਨੂੰ ਹੋਇਆ ਇਹਨੂੰ ਫਖਰ ਓਏ ਅਬੂ ਜਹਿਲ ਡਿੰਪਲ ਇਹਨੂੰ ਤਰਜ਼ ਲਾ ਕੇ ਬੰਬਾਸਟਿਕ ਨੂੰ ਸਮਝਾ। 40 साल के ਅਮਰ ਅੱਛਾ ਗੱਲ ਤੇ ਸੁਣੋ, ਜੈਸਾ ਗੱਲ ਤੇ ਸੁਣੋ। ਅੱਛਾ ਯਾਰ ਇਹਨਾਂ ਨੂੰ ਬੋਲਣ ਦਿਓ। ਇਹ ਕਾਲਮੀ ਸਾਹਿਬ ਕੀ ਸਰ ਤੁਸੀਂ ਆ ਪੜਨ ਦੇ ਹੋ, ਠੀਕ ਹੈ, ਪੜਦੇ ਹੋ। ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦੇ ਦਿਓ, ਕੁਰਾਨ ਪਾਕ ਦੇ ਵਿੱਚ ਮੁਹੰਮਦ ਦੀ ਮਿਸਾਲ ਕਿਸ ਤਰ੍ਹਾਂ ਦਿੱਤੀ ਗਈ ਹੈ? ਦੱਸੋ ਕਿਸ ਤਰ੍ਹਾਂ ਦਿੱਤੀ ਗਈ, ਪੜ੍ਹ ਕੇ ਸੁਣਾਓ ਕੁਰਾਨ ਖੋਲੋ। ਦੱਸੋ ਨਾ ਕਿਸ ਨਾ ਤਰ੍ਹਾਂ ਸਵਾਲ ਤੁਹਾਡਾ। ਅੱਛਾ ਦਲੀਲ ਤੁਹਾਡੀ ਤੇ ਪੜ੍ਹਨੀ ਮੈਂ ਦਲੀਲ ਹੈ। ਹਾਂਜੀ, ਇੱਕ ਤੁਹਾਡੀ ਦਲੀਲ ਹਜ਼ਰਤ ਮਰੀਮ ਦੇ ਨਾਮ ਦੀ ਤੇ ਦੂਜੀ ਕੀ ਮਰੀਮ ਦੇ ਨਾਲ ਕੀ ਹੋਇਆ? ਮੈਂ ਕਿਹਾ ਹਜ਼ਰਤ ਮਰੀਮ ਦੇ ਨਾਮ ਦੀ ਮੁਹੰਮਦ ਦੀ ਮਿਸਾਲ ਦਿੱਤੀ ਗਈ ਕੁਰਾਨ ਪਾਕ 'ਚ? ਨਹੀਂ ਦਿੱਤੀ ਗਈ। ਦੱਸੋ ਕਿੱਥੇ ਦਿੱਤੀ ਗਈ ਹੈ, ਕੱਢ ਕੇ ਵਿਖਾਓ ਨਾ। ਚਲੋ ਮੈਂ ਕੱਢ ਕੇ ਤੁਹਾਨੂੰ ਦਿਖਾਣਾ। ਐਸ਼ਾ ਵੈਸ਼ ਵੇਖਣ ਜਿਸ ਤਰ੍ਹਾਂ ਤੁਹਾਡਾ ਸਫਾ ਖੋਲ ਕੇ ਧਰੇ ਹੈ, ਤੁਸੀਂ ਵੀ ਆ ਕੇ ਸਫਾ ਖੋਲ ਕੇ ਤੇ ਜਵਾਬ ਦਿਆ ਕਰੋ। ਇਲਜ਼ਾਮੀ ਜਵਾਬ ਨਾਲ ਨਹੀਂ ਪਤਾ। ਨਹੀਂ ਮੈਨੂੰ ਪਤਾ ਹੈ, ਲੇਕਿਨ ਗੱਲ ਇੰਜ ਨਹੀਂ ਹੈ ਉੱਥੇ ਲਿਖੀ ਜਾਈ, ਤੁਸੀਂ ਬਿਆਨ ਕਰੋ, ਕੱਢੋ ਤੇ ਨਜ਼ਰ ਆ ਜਾਏਗੀ। ਨਹੀਂ ਗੱਲ ਤੇ ਅਸਲਾਹ ਹੋਣੀ ਚਾਹੀਦੀ ਹੈ ਨਾ ਇਨਸਾਨ ਦੀ, ਜੇ ਨਹੀਂ ਲਿਖੀ ਤਾਂ ਸਲਾਹ ਕਰਨੀ ਹੈ ਨਾ, ਜਿਸੇ ਕੱਢੋਗੇ ਤੇ ਸਲਾਹ ਤੁਹਾਡੀ ਕਰਾਂਗੇ। ਕਰ ਲੈਣੇ ਜਨਾਬ, ਕਰ ਲੈਣੇ। ਮੈਂ ਡਰਾਈਵ ਕਰ ਰਿਹਾ, ਕਰ ਲੈਣੇ, ਕਿਤੇ ਸਟਾਪ ਕਰਕੇ ਨਾ ਕਰ ਲੈਣੇ।
ਮਰੀਮ ਦੀ ਮਿਸਾਲ ਮੋਮਨ ਦੀ ਨਹੀਂ ਮਿਸਾਲ ਇੰਜ ਨਹੀਂ ਮਰੀਮ ਹੈ, ਦੇ ਨਾਲ ਇੰਜ ਨਹੀਂ ਦਿੱਤੀ। ਹੈ। ਮਰੀਮ ਦੀ ਮਿਸਾਲ ਨਹੀਂ ਹੈ। ਜਦੋਂ ਕੱਢੋਗੇ ਤੁਹਾਨੂੰ ਮੈਂ ਦੱਸਾਂਗਾ ਉੱਥੇ ਕੀ ਲਿਖਿਆ। ਚਲੋ ਜੀ ਮੈਂ ਕੱਢਦਾ ਫਿਰ, ਥੋੜਾ ਜਿਹਾ ਟਾਈਮ ਦਿਓ ਮੈਨੂੰ ਹੈਂ। ਚਲੋ ਇੰਨੀ ਤੁਹਾਡੀ ਜਲਦੀ ਸੀ, ਤੁਸੀਂ ਇੰਨਾ ਉਸ ਵੇਲੇ ਦਾ ਰੋਲਾ ਪਿਆ ਸੀ, ਮੈਨੂੰ ਗੱਲ ਨਹੀਂ ਮੈਂ ਤੁਹਾਨੂੰ ਗੱਲ ਦੱਸਣੀ ਸਰ, ਰੋਲਾ ਦੀ ਗੱਲ ਨਹੀਂ, ਗੱਲ ਇਹ ਕਿ ਤੁਸੀਂ ਵੀ ਇੱਕ ਸਟਾਪ ਨਹੀਂ ਨਾ ਕਰਦੇ ਇੱਕ ਗੱਲ ਦੇ ਉੱਤੇ। ਕੀ ਨਹੀਂ ਕਰਦੇ। ਤੁਹਾਨੂੰ ਵੀ ਨਾ ਪਤਾ अस्सलाम वालेकुम। ਪੂਰਾ ਹਵਾਲਾ ਕੱਢ ਕੇ ਖਿਲਾਣਾ ਪੈਂਦਾ। वालेकुम अस्सलाम वरहमतुल्लाहि वबरकातुह। आमिर भाई ईद मुबारक ते तमाम अहले इस्लाम मुसलमानों ਨੂੰ ईद ਤੇ मुबारक ਤੁਹਾਨੂੰ अब्दुल्ला ਸਭ भाई, ਨੂੰ ईद मुबारक। ईद मुबारक। ईद मुबारक ਤੇ तमाम ਮਰਜ਼ੀਆਂ ਨੂੰ ਕਸਮ ਉਹਨਾਂ ਨੂੰ ਚਾਹੀਦਾ ਹੈ ਕਿ ਆਪਣਾ ਕਲਾਮ ਫਖਰ ਨਾਲ, ਵੇਖੋ ਅਸੀਂ ਕਿੱਡੇ ਫਖਰ ਨਾਲ ਪੜ੍ਹਨੇ ਆ। ਅਸੀਂ ਪੜ੍ਹਨੇ ਆ وَضَرَبَ اللَّهُ مَثَلًا لِلَّذِينَ آمَنُوا। ਦੇਖੋ ਕਿੱਡੇ ਫਖਰ ਨਾਲ ਅਸੀਂ ਪੜ੍ਹਨੇ ਆ। ਤੇ ਤੁਸੀਂ ਕੀ ਪੜ੍ਹਦੇ ਹੋ? ਤੁਸੀਂ ਵੀ ਪੜ੍ਹੋ। ਮੁਨਸ਼ੀ ਲਾਈ ਬਖਸ਼ ਕੰਟੈਂਟ ਤੇਰਾ ਹੈਜ਼ ਦੇਖਣਾ ਚਾਹਤਾ ਹੈ। ਇੰਜ ਪੜ੍ਹਿਆ ਕਰੋ ਤੁਸੀਂ ਫਖਰ ਨਾਲ। ਤੁਸੀਂ ਕਿਉਂ ਸ਼ਰਮਾਉਂਦੇ ਹੋ? ਮਰਜ਼ਾਈ ਕਿਉਂ ਸ਼ਰਮਾਉਂਦੇ ਨੇ ਯਾਰ? ਮਰਜ਼ਾਈਆਂ ਨੂੰ ਵੀ ਐਸੇ ਤਰ੍ਹਾਂ ਫਖਰ ਨਾਲ ਤਰਜ਼ਾਂ ਲਾ ਕੇ, ਰਾਵਾਂ ਲਾ ਕੇ ਆਪਣੇ ਇਲਹਾਮਾਤ ਪੜ੍ਹਨੇ ਚਾਹੀਦੇ ਨੇ। ਬਸ਼ੀਰੁद्दीन ਮਹਿਮੂਦ ਅਹਿਮਦ ਸਾਹਿਬ ਨੇ ਆਖਿਆ ਕਿ ਇਹਨੂੰ ਬਿਲ ਇਲਤਜ਼ਾਮ ਇਹਦੀ ਤਲਾਵਤ ਕਰਿਆ ਕਰੋ, ਇਹਨਾਂ ਇਲਹਾਮਾਂ ਦੀ, ਜਿਹੜਾ ਕਲਾਮ ਮਿਰਜ਼ਾ ਸਾਹਿਬ ਤੇ ਨਾਜ਼ਿਲ, ਜਿਹਦੇ ਬਾਰੇ ਮਿਰਜ਼ਾ ਸਾਹਿਬ ਆਂਦੇ ਨੇ ਇਸ ਕਲਾਮ ਤੇ ਮੈਂ ਇਸੇ ਤਰ੍ਹਾਂ ਈਮਾਨ ਲਾਇਆ ਜਿਸ ਤਰ੍ਹਾਂ ਕੁਰਾਨ ਤੇ, ਤੌਰਾਤ ਤੇ, ਇੰਜੀਲ ਤੇ, ਜ਼ਬੂਰ ਤੇ ਈਮਾਨ ਲਿਆ। ਇਸ ਤਰ੍ਹਾਂ ਤੁਸੀਂ ਇਹਨੂੰ ਫਖਰ ਨਾਲ ਪੜ੍ਹੋ ਤੇ ਬਿਆਨ ਕਰੋ। ਉਹਦੀ ਜਾਨ ਵੀ ਜਾਂਦੀ ਸੀ ਜਮੀਲ ਸਾਹਿਬ ਦੀ, 3-4 ਵਾਰੀ ਤਰਲਾ ਕੀਤਾ ਵੀ ਬੰਦੇ ਬਣੋ, ਬਦਤਮੀਜ਼ੀ ਨਾ ਕਰੋ। ਉਹਨਾਂ ਨੂੰ ਹੁਣ ਉਹ ਮਿਰਜ਼ਾ ਸਾਹਿਬ ਦਾ ਲਾਮ ਮਾਰ ਗਿਆ ਕਿ ਮਿਰਜ਼ਾ ਸਾਹਿਬ ਆਂਦੇ ਨੇ ਕਿ ਜੀ ਉਹ ਜੀ ਮੈਨੂੰ 10 ਮਹੀਨੇ ਦਾ, ਉਹ ਇਹ ਤੇ ਮੁਫਤੀ ਸਾਹਿਬ ਸਾਡੇ ਨਹੀਂ ਆਉਂਦੇ ਨੇ, ਖੋਤੀ ਨੂੰ ਹੁੰਦਾ 10 ਮਹੀਨੇ ਦਾ ਇਸ਼ਤਿਹਾਰੇ ਦੇ ਰੰਗ 'ਚ ਅਮਲ ਵੀ ਹੋਇਆ ਤੇ ਕਿੰਨੇ ਮਹੀਨੇ ਦਾ? 10 ਮਹੀਨਿਆਂ ਦਾ। ਇਹ 10 ਮਹੀਨੇ ਦੀ ਡੇਟ ਕਿੱਥੋਂ ਮਿਰਜ਼ਾ ਸਾਹਿਬ ਨੇ ਕੱਢੀ? ਆ ਜਾਓ ਉੱਤੇ ਬਹਿਰੇਨ ਸਾਹਿਬ, ਐਸਦ ਬਹਿਰੇਨ ਦੀ ਕਾਲ ਚੁੱਕ ਲੈਣਾ। अस्सलाम वालेकुम रहमतुल्लाहि व बरकातहू। आमिर भाई ईद मुबारक। बहुत ज़्यादा सब मुसलमानों ਨੂੰ। खैर मुबारक, खैर मुबारक। आमिर भाई बड़ी खुशी हुई है ਤੁਹਾਡੀ ਆਵਾਜ਼ ਸੁਣ ਕੇ। ਅੱਲਾਹ ਪਾਕ ਤੁਹਾਨੂੰ ਕਾਇਮ ਦائم ਰੱਖੇ। ਜਜ਼ਾਕੱਲਾ। ਬੜਾ ਤੁਹਾਨੂੰ ਮਿਸ ਕੀਤਾ ਹੈ। ਹਾਂ ਬਸ ਉਹ ਰੋਜ਼ੇ ਸਨ ਤੇ ਰੋਜ਼ਿਆਂ 'ਚ ਇਹਨਾਂ ਦਾ ਇਹ ਜਿਹੜਾ ਨਾ ਲੇ ਸਲਾਮ ਨਹੀਂ ਨਾ ਸੁਣਨ ਤੇ ਦਿਲ ਕਰਦਾ। ਇੰਜ ਲੱਗਦਾ ਸੀ ਚਿੱਕੜ ਦਾ ਥੋਬਾ ਕਿਸੇ ਨੇ ਮੇਰੇ ਕੰਨ 'ਚ ਮਾਰ ਦਿੱਤਾ। ਝੂਠੇ ਮਦਈਏ ਨਬੂਵਤ ਦੇ ਉੱਤੇ ਬੰਦਾ ਲੇ ਸਲਾਮ ਪੜ੍ਹੇ ਤੇ ਰੋਜ਼ਿਆਂ ਦੇ ਵਿੱਚ ਰੋਜ਼ਾ ਹੀ ਖਰਾਬ, ਇੰਜ ਲੱਗਦਾ ਰੋਜ਼ਾ ਹੀ ਗੰਦਾ ਹੋ ਗਿਆ, ਖਰਾਬ ਹੋ ਗਿਆ। ਇਸ ਗੱਲੇ ਦਿਲ ਨਹੀਂ ਸੀ ਕਰਦਾ ਇਹਨਾਂ ਦੀ ਇਹ ਗੰਦਗੀ ਸੁਣਨ ਤੇ। ਇਸੇ ਤਰ੍ਹਾਂ ਆमिर भाई ਉਹ ਲੈਣ ਗਏ ਨੇ ਨਾ, ਉਹ ਸੂਰਤ ਤਹਿਰੀਮ ਦੀ ਆਇਤ ਲੈਣ ਗਏ ਨੇ। ਮੈਂ ਉਹ ਜਿਹੜੀ ਮੈਂ ਖੋਲ ਕੇ ਧਰੀ ਹੈ ਨਾ, وَضَرَبَ اللَّهُ مَثَلًا لِلَّذِينَ آمَنُوا وَضَرَبَ اللَّهُ مَثَلًا لِلَّذِينَ آمَنُوا امْرَأَتَ فِرْعَوْنَ إِذْ قَالَتْ رَبِّ ابْنِ لِي عِندَكَ بَيْتًا فِي الْجَنَّةِ وَنَجِّنِي مِنْ فِرْعَوْنَ وَعَمَلِهِ وَنَجِّنِي مِنَ الْقَوْمِ الظَّالِمِينَ। ਵੇਖੋ ਅਸੀਂ ਕਿੱਡੇ ਫਖਰ ਨਾਲ ਪੜ੍ਹਨੇ ਆ। ਉਹ ਤੁਸੀਂ ਕਿਉਂ ਸ਼ਰਮਾਉਂਦੇ ਹੋ ਯਾਰ ਆਪਣੇ ਕਲਾਮ ਨੂੰ ਪੇਸ਼ ਕਰਦਿਆਂ? पेट फट गया, लाहौर में एक बेशरम रहता है, पट्टी पुट्टी गई है, लाहौर भी एक शहर हुआ करता था, वल्ला वल्ला सिद्धा होया उल्ला, गसम गसम गसम। इन्हों फखर ना बयान करो, तर्जा ला ला के पढ़ो अपना कलाम। यार कैसी कौम नाल वाह पै गया, मौत पै जाती इन्हां नूं। इन्हां दा कलाम है सिर्फ सामने लाया ते ਉਹ ਡਿੰਪਲ ਬॉय ਨੇ ਇੰਜ ਜਿਵੇਂ ਸ਼ੀਸ਼ਾ ਨਹੀਂ ਧਰ ਸੜੀ ਤਾਂ ਕਾਂ ਉੱਡਦੇ ਨੇ ਤੇ ਕਾਂ ਕਰਦੇ ਨੇ। ਇਹ ਲਸ਼ਕਾਰਾ ਸਾਹਮਣੇ ਲਾ ਦਿੱਤਾ, ਮਰਜ਼ਾਈ ਉੱਡਣੇ ਸ਼ੁਰੂ ਹੋ ਗਏ ਨੇ ਸੱਜੇ ਖੱਬੇ। ਉਹਨੂੰ ਫਖਰ ਨਾਲ ਬਿਆਨ ਕਰੋ, ਉਹਨੂੰ ਪੜੋ ਤੇ ਉਹਦੇ ਤੇ ਫਖਰ ਕਰੋ ਆਪਣੇ ਕਲਾਮ ਦੇ ਉੱਤੇ। ਮੁਨਸ਼ੀ लाई बख्श कंटेंट तेरा हैज देखना चाहता है। अली नहीं छड़दा, अली बार बार। एक मिनट करो गल, मैं सुनना। अस्सलाम वालेकुम आमिर नज़ीर भाई, ईद मुबारक सबको। वालेकुम सलाम। भाई वालेकुम अस्सलाम। अरे बात पेट फट गया, बम्बास्टिक कुत्ते का आखिरी दम है।
بمباسٹک بھائی بمباسٹک کہہ رہا تھا کہ حضرت عیسیٰ علیہ السلام ایک ہی ہیں اور انہوں نے ایک دفعہ ہی پیدا ہونا ہے. ابھی اس کو ثابت کر دیا نا کہ یہ دیکھو دوسری دفعہ مرزا قادیانی پیدا ہوا ہے کہ نہیں، کہ اس نے جو ڈرامہ کیا ہوا ہے تو دوسری دفعہ پیدا ہوئے کہ نہیں. جی 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 اس کی اصل وہ کرتے ہیں نا جو حضرت مریم علیہ السلام کو جیسے ہوا نا، اس کی اصل وہ ہے نا، تو اس کی اصل اگر وہ ہے تو نقل. جی 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 بالکل ایسے ہی. جی بالکل ایسے ہی ہے. بالکل ایسے ہی ہے. میں آپ کو ان کا ایک اور حوالہ پڑھ کے دکھاتا ہوں. یہ جو کہتے ہیں نا کہ حضرت عیسیٰ علیہ السلام نے ایک دفعہ ہی آنا ہے، یہ ان کو بیچاروں علم سے یتیم لوگ ہیں، ان کو ان کے بیچاروں کو ان کے عقائد ہی نہیں پتا. میں آپ کو ایک دیکھنا بھی پڑھ کے دکھاتا ہوں. یہ دیکھنا روحانی خزائن ہے، جلد نمبر 5 ہے، پیج نمبر 345 ہے، آئینہ کمالات اسلام ہے. یہ دیکھنا. کیونکہ حضرت عیسیٰ علیہ السلام کی روحانیت نے قادر مطلق اسماء سے بے وجہ اپنے، ایک منٹ کلیئر نظر نہیں آ رہا، اپنے جوش، ایک منٹ کلیئر، اپنے جوش کے اپنی ایک شبیہ چاہی، شبیہ یعنی کہ جسم چاہا، اور چاہا کہ حقیقت عیسائیہ اس شبیہ میں رکھی جائے. یعنی حضرت عیسیٰ علیہ السلام نے ایک جسم چاہا اور چاہا کہ اس میں ان کی روح رکھی جائے. اس شبیہ کا نزول ہو. تو یہ دیکھنا نیچے پٹی دیکھنا. اس لیے مسیح کی روحانیت کو ہی جوش آنا تھا، جو یہ وہ دقیق معرفت ہے کہ جو کشف کے ذریعے سے اس عاجز پر کھلی، یعنی مرزا قادیانی پر کھلی، اور یہ بھی کھلا کہ یوں مقدر ہے کہ ایک زمانہ کے گزرنے کے بعد کہ خیر اور اصلاح اور غلبہ توحید کا زمانہ ہوگا، پھر دنیا میں فساد اور شرک اور ظلم عود کرے گا، اور بعض کو کیڑوں کی طرح کھائیں گے، اور جاہلیت غلبہ کرے گی، اور دوبارہ مسیح کی پرستش شروع ہوگی. یعنی مرزا قادیانی تو بعد پھر ਜਿਹੜੀ جاہلیت ਆ ਜਾਣੀ. ਠੀਕ ਆ، ਇਹਨਾਂ ਦੀ ਜਿਹੜਾ ਭਾਂਡਾ ਫੁੱਟ ਗਿਆ, ਜਿਹੜੇ ਕਹਿੰਦੇ ਨਾ ਕਿ ਅਸੀਂ ਪੂਰੀ ਦੁਨੀਆ ਤੇ ਫੈਲਣਾ ਤੇ ਇਸਲਾਮ ਦਾ ਗਲਬਾ ਆਣਾ, ਮਸੀਹਤ ਦਾ ਗਲਬਾ ਆਣਾ, ਮਿਰਜ਼ਾ ਕਾਦੀਆਨੀ ਦਾ ਗਲਬਾ ਆਣਾ, ਤੇ ਇਹਦਾ ਭਾਂਡਾ ਜਿਹੜਾ ਮਿਰਜ਼ਾ ਕਾਦੀਆਨੀ ਨੇ خود پھوڑ دیتا آئے گی. اور مخلوق کو خدا بنانے کی جاہلیت بڑے زور سے پھیلے گی. مرزا قادیانی تو گزر تو بعد چو. اور یہ سب فساد عیسائی مذہب سے اس آخری زمانہ کے آخری حصہ میں دنیا میں پھیلیں گے. تب پھر مسیح کی روحانیت سخت جوش میں آ کر جلالی طور پر اپنا نزول چاہے گی. یعنی تیسری مرتبہ مرزا قادیانی تو گزر جان تو بعد تب ایک قہری شبیہ میں اس کا نزول ہو کر، قہری شبیہ یعنی غصے والی، اس زمانہ کا خاتمہ ہو جائے گا. تب
آخر ہوگا اور دنیا کی صفت لپٹ دی جائے گی۔ اس سے معلوم ہوا کہ مسیح کی امت کی نالائق کرتوتوں کی وجہ سے مسیح کی روحانیت کے لیے یہی مقدر تھا کہ 3 مرتبہ دنیا میں نزول ہو۔ یہ دیکھ لیں، پہلی دفعہ حضرت عیسیٰ علیہ السلام کا نزول ہوا حضرت مریم علیہ السلام میں، تو دوسری دفعہ جو کہہ رہے ہیں کہ وہ جو نزول کر رہے ہیں چراغ بی بی میں بھی نہیں کر رہے، مرزا قادیانی میں خود میں کر رہا ہے، وہ خود پہلے 2 سال تک صفت مرئیت میں رہا، پھر استارہ کے رنگ میں اس کو حمل ہوا، تو پھر وہ بنا ابن مریم بنا، یعنی مسیح بنا۔ تو تیسری مرتبہ جو پھر کہتے ہیں کہ حضرت عیسیٰ علیہ السلام نے پھر دوبارہ ان کا نزول ہونا ہے۔ یہ دیکھ لیں، 3 مرتبہ کہتے ہیں کہ ان کا نزول ہونا ہے، تیسری دفعہ قہر شبیہ میں ان کا نزول ہوگا۔ یہ دیکھ لیں، یہ قادیانیوں کا عقیدہ ہے کہ حضرت عیسیٰ علیہ السلام نے 3 دفعہ اس دنیا میں آنا ہے۔ یہ قرآن و حدیث سے یہ ثابت نہیں کر سکتے قادیانی۔ آئے کوئی قادیانی مجھے اس سوالوں کا جواب دے کہ قرآن و حدیث میں کہاں پہ لکھا ہوا ہے؟ یہ جو آپ لوگوں کے عقائد ہیں، مرزا طاہر نے بھی بیان دیا ہوا ہے، اس کی ویڈیو میرے پاس پڑی ہوئی ہے۔ مرزا طاہر نے کہا ہوا ہے کہ تیسری دفعہ ایک قہر شبیہ میں حضرت عیسیٰ علیہ السلام کا نزول ہوگا، ایک نبی نے آنا ہے۔ یہ قادیانیوں کا عقیدہ ہے کہ ایک نبی نے اور آنا ہے، اور وہ قہری شبیہ میں ان کا نزول ہوگا۔ تو یہ قرآن و حدیث سے کہیں سے بھی یہ ثابت نہیں کر سکتے۔ یہ جو کہتے ہیں نا کہ حضرت عیسیٰ علیہ السلام کے نزول جب وہ آسمان سے آئیں گے تو ختم نبوت کی مہر ٹوٹ جائے گی، تو جو دو نمبر جو یہ جو دعویٰ کیا ہوا ہے، جو مرزا قادیانی نے خود کیا ہوا ہے، مرزا قادیانی کے آنے سے جو یعنی کہ نقل والا جو مسیح ہے جو پیدا ہو رہا ہے، اس کے پیدا ہونے سے مہر نہیں ٹوٹ رہی۔ جو اصل والے مسیح ہے حضرت عیسیٰ علیہ السلام ہے، آسمان سے آئیں گے تو تب مہر ٹوٹ جائیں گی۔ یہ دیکھیں قادیانیوں کی ذہانت ہے یہ والی، کہ جو اصل والے مسیح ہیں حضرت عیسیٰ علیہ السلام ابن مریم ہے، وہ آئیں گے تب مہر ٹوٹ جائے گی۔ لیکن جو مرزا قادیانی آیا ہے، اس کے آنے سے مہر نہیں ٹوٹی۔ اور پھر تیسرے مسیح نے بھی آنا ہے قہر شبیہ میں، ایک غصے والی شبیہ میں۔ یہ ہے قادیانیوں کا عقیدہ، نہ قرآن سے نہ حدیث سے، اور عقل سے بھی باہر ہے۔ جی، اس چیز کو بیان کرتے رہیں، اور سارے مسلمان اسی بات کو بیان، اس طرح کی بہت ساری باتیں ہیں، اس طرح کی باتوں کو بیان کریں۔ اگر کوئی قادیانی اس پر آ کر پنچر لگانے کی کوشش کرے تو آپ فوراً براڈ شیئر کریں۔ ویسے تو آپ سارے ماشاءاللہ سمجھدار ہیں، یہ نہیں ہے کہ میں کوئی کسی کو یہ کہہ رہا ہوں کہ میں اس سے بہتر بات کر لیتا ہوں، لیکن آپ کسی قادیانی کے آنے پر براڈ شیئر کریں تو انشاءاللہ ان کی تحریر ان کے لیے موت ہے، موت۔ دیکھ لیں، وہ جو پہلے آپ نے تحریر لگائی ہوئی تھی وہ بھی ایسے تھی کہ وہ مر رہا تھا، اس تحریر کو سن کر کوٹ پر رہا تھا، زہر کی کوٹ پر رہا تھا کہ یہ کیا مصیبت ہے، یہ کیا گندگی لکھ کے ہے۔ اس نے بالآخر نبیوں پر بکواس کرنے شروع کر دیے، تبرہ کرنا شروع کر دیا، کیونکہ وہ تحریر اتنی گندی ہے کہ جس کو وہ آن نہیں کر سکتے، شرماتے ہیں اس سے۔ ہمارے کہنے کا یہ مطلب ہے کہ آپ ان کو ان کی تحریریں پڑھ کے بے شک ایک سوال کی نظر میں رکھیں، وہ جو بھی جواب دینا چاہیں دیں، ان کو موقع دیں، اس پر جو وہ پنچر لگانا چاہیں، جو وہ تھک لگانا چاہیں وہ کریں، صحیح ٹرائی کریں صحیح۔ یہ نذیر بلال میرے خیال نیچے بہت بڑا ان کا مبلغ ہے، دائی ہے، وہ آئے ہوئے ہیں، زید بھائی شاید کہہ رہے ہیں ان کو اوپر لیں، اگر وہ کال ڈالیں یا نہ بھی ڈالیں تو ان کو کہیں کہ بھئی آ کے یہ سمجھائیں ذرا بات۔ یہ مرزا صاحب نے جو 3 دفعہ لکھا ہوا ہے کہ عیسیٰ علیہ السلام 3 دفعہ آنا ہے، اور جو قہری تجلی سے آنا ہے، اس کا کیا مطلب ہے؟ بلائیں ان کو، کچھ بھی یہ معنی بیان کریں، یہ کر ہی نہیں سکتے۔ ایک بندہ ایسی باتیں لکھ گیا اپنی کتابوں میں کہ یہ اس کی وضاحت کر ہی نہیں سکتے۔
गालियां देनी शुरू कर देंगे नबियों को, तबर्रा करना शुरू कर देंगे नबियों पर। लेकिन मिर्ज़ा साहब की इन बातों को ना वो ऑन कर सकते हैं, ना उनका जवाब दे सकते हैं, ना उनके सामने खड़ा हो सकते हैं, बल्कि चीखो पुकार शुरू कर देंगे। हाँ, उतनी देर तक जितनी देर तक इनको ये यकीन हो कि ये बंदा अनभोल है, इसको पता कोई नहीं, उतनी देर तक आके तो वो हेरा फेरी करने की कोशिश करेंगे। जब पता लग जाए कि इस तहरीर का सारी का इस मुसलमान को पता है और ये इसके अंदरूनी माने को भी जानता है, बैरूनी माने को भी जानता है, मर जाएंगे, फिर उससे भागते नजर आएंगे आपको कि ये क्या मुसीबत है हमारे लिए। ये बहुत प्यारी किताबें मिर्ज़ा गुलाम अहमद कादियानी लिख कर गया है, मुसलमानों को बहुत मुफीद है। शर्त यह है कि मुसलमान इनको देखें सही। भोले भाले मुसलमान जो होते हैं ना, वो कुरान की आयत खोल के लगे रहते हैं कि यहाँ पर वाव तफसीरी है, यहाँ पर फेल मुजारिया है, यहाँ पर ये है, यहाँ पर वो है। वो भाई, कुरान वही है जो 1400 साल से था, नबी अलैहिस्सलाम का फरमान वही है जो उम्मत 1400 साल से मान रही है। उनको छोड़ दो, उनके पीछे आना है, जिसने आना है वो आ जाए, नहीं आना तो ना आए, जहन्नम जाए, लेकिन इनका जवाब दें। ये जो लिखा हुआ है मिर्जा जी ने, इनका जवाब लोगों को देकर बताएं कि आपके मिर्जा जी ये क्या लिख कर गए हैं यार, ये क्या बातें लिख कर गए हैं कि मुंशी लाई बख्श अकाउंटेंट ये देखना चाहता है, फलाना वो देखना चाहता है, हैं जी। और जनाब ये हो गया, तीसरे हिस्से में मेरा नाम मरियम रखा, फिर 2 साल में परवरिश पाता रहा पर्दे में छुप के, फिर जनाब प्रेगनेंसी हो गई, फिर 10 महीने का वो इश्तिहारे के रंग में। और इस तरह से ये जो तहरीर आपने लगाई, ये सारी तहरीरें एक से बढ़कर एक तहरीर है। अमर भाई, ये मेरा एक सवाल है कि इसने कहा है कि मिर्ज़ा कादियानी ने कहा है कि मैं इस तरह से इब्ने मरियम बन गया, इस तरह से ये मसीह मौद बन गया। तो क्या रूह तो एक ही थी ना इनके हिसाब से, तो रूह तो हज़रत ईसा अलैहिस्सलाम की थी मिर्ज़ा कादियानी में। क्या ये जो मिर्ज़ा कादियानी ने ये जो गालियाँ दी हुई हैं हज़रत ईसा अलैहिस्सलाम को, क्या ये खुद को दी हुई हैं, जो इल्ज़ाम लगाए हुए हैं हज़रत ईसा अलैहिस्सलाम के ऊपर कि वो शराब पीते थे, उनमें ये बीमारी थी, और उनकी नानियाँ दादियाँ नौज़बिल्ला जनाकार और कस्बी औरतें थी, नौज़बिल्ला नकला बाशत। और आप हज़रत ईसा अलैहिस्सलाम को इन्होंने कहा कि उनका चाल चलन नहीं था ठीक, मजनून थे। क्या ये मिर्ज़ा कादियानी की जो रूह है, हज़रत ईसा अलैहिस्सलाम की रूह है मिर्ज़ा कादियानी में थी, क्या ये खुद को कह रहा था? ये बात का जवाब तो नज़ीर बिलाल साहब दे सकते हैं। उनको अगर ऊपर बुलाएंगे तो वो आके बता सकते हैं कि जो मिर्ज़ा साहब के अंदर रूह नफ़ख की गई है, वो रूह ईसा इब्ने मरियम की थी या यसूल मसीह की थी। ये बड़ा अहम सवाल है, क्योंकि यसूल मसीह की रूह के बारे में मिर्ज़ा साहब ने और भी बातें ऐसी लिखी हुई हैं कि वो आप सुनकर बड़ा महजूज होंगे। अगर आप नज़ीर बिलाल साहब को ऊपर बुला लें ना, 1 मिनट, जी, तो मैंने उनसे रिक्वेस्ट पूछ लेते हैं मैंने रिक्वेस्ट कि भेजी नज़ीर बिलाल साहब, वो जो रूह मिर्ज़ा साहब के अंदर नफ़ख की गई है, वो यसूल मसीह की रूह थी या ईसा इब्ने मरियम की रूह थी? बड़ा अहम सवाल है, बड़ा ख़ास आपने तवज्जो दिलाई है जी। अस्सलाम वालेकुम, सबको ईद मुबारक। आमिर भाई, वालेकुम ऊपर अस्सलाम। जगह है? ऊपर जी जगह है नज़ीर बिलाल साहब के लिए? नहीं तो मैं नीचे चला जाता हूँ। नहीं, वो जगह मेरे ख्याल है, मुझे नहीं पता पैनल पे, यहाँ पर ये एक पैनल दूसरे तरह का है, मेरे ख्याल है जगह। है, लेकिन वो आ नहीं रहे। मैंने रिक्वेस्ट भी भेजी हुई है। अच्छा जी। मुझे पीछे करके देखें, शायद आते हैं कि नहीं आते, मुझे नीचे उतार के देखें, आ जाएंगे। फिर आ जाएंगे। मेरी वजह से नहीं आ रहे, मेरी वजह से नहीं आ रहे होंगे। नज़ीर बिलाल साहब तशरीफ लाएं, बताएं कि यसूल मसीह की रूह थी कि ईसा इब्ने मरियम की रूह थी जो नफ़ख की गई। ये भी एक अहम सवाल है। इस सवाल के पीछे हाइड्रोजन बम है, हाइड्रोजन बम, वो मैंने अभी दिखाना नहीं आपको। काश के नज़ीर साहब आके बता दें कि वो रूह कौन सी थी। जी अमर भाई, एक मेरे पास भी इसके पीछे बम है, वो इसीलिए डर के ऊपर आते नहीं ना। हाँ,
کیونکہ یسوع المسیح کی روح کے بارے میں مرزا صاحب نے بڑی گندی باتیں لکھی ہیں. استغفر اللہ. اب نہیں آئیں گے بھائی نذیر بھائی، یہ نہیں اب آئیں گے اوپر. اور کوئی بندہ جماعت احمدیہ کا یار آ جاؤ، اج پہلا دن ہے روزیاں تو بعد، تے روزے جڑے نے وہ دیکھ لو کتنا صبر کا ہمیں درس دیتے ہیں، حکم دیتے ہیں صبر کرو صبر کرو. روزے ہیں، صبر کرنے سے اللہ تعالیٰ خوش ہوتا ہے. ان اللہ مع الصابرین، اللہ تعالیٰ صبر کرنے والوں کے ساتھ ہوتا ہے. اب جب روزے گزر گئے ہیں تو اب دیکھنا ہے نا کہ کیا نذیر بلال صاحب روح کی کوئی وضاحت کریں گے، وہ کون سی روح تھی جو روح مرزا صاحب کے اندر نفر کی گئی ہے. جی جی. اچھا. ہوں. ہوں. روزے کیسے گئے واگا کے لڑکوں سے؟ وہ واگا دے لڑکی کون ہے؟ اچھا واگے. ہوں. توبہ توبہ توبہ. استغفر. جو کتاب بڑی لکھی بڑی. گئی ہے شہر خدو، ہوں. اے مرزا طاہر، مرزا مسرور، یہ ربے جی آئے نے نا پال کے. چلو مرزا طاہر تو اتنے پیدا ہویا ہے تو مسرور تو جم پالی اتنے دی میرے خیال. اوہ ہو ہو. چنگا رمضان گزاریا نے. اچھا آج اصل میں نا پہلا دن ہے ابو بکر میر بھائی. وہ کھانا پہلے تو بڑی زور کی بھوک لگی تھی، جب نماز پڑھ کے آئے ہیں نا تو جب بھوک لگی ہوتی ہے تو ایسے ہی لگتا ہے جیسے روزہ ہی کھول ہے. وہ کھا لیا کھانا. تو میں تھوڑی پہلے بات کر رہا تھا طلعت ملک صاحب کی براڈ پہ، پھر اس کے بعد نا نیند آ گئی تو میں سو گیا. روش کمار کا پروگرام سن رہا تھا، اس کے بارے میں جنگ کے بارے میں سنتا سنتا سو گیا. تو آہستہ آہستہ سنیں گے، لیکن ابھی تھوڑا سا پچ پہ سیٹ ہو لینے دینا. پچ پہ جائیں تو پہلے ایک دو بالیں روک. اچھا اس کی کیا وجہ ہے؟ راجہ عطا المنان نے ایک امن کمیٹی بنائی ہوئی ہے. ہوں. اچھا. ہوں. ہوں. ہوں.
हम्म 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 अच्छा, हैं दोनों ग्रुप ही शातम, वो उसको शातम कहता है, वो उसको कहता है, वो कहता है इसने शातमियत किए थे, वो कहता है इसने किया हैं दोनों ग्रोह ही शातम रसूल। जाहिर है सारे गालियां दी। अभी देख लें, ये जमील था तो मैंने 3-4 दफ़ा मिन्नत की है कि यार रोज़े के बाद आज पहला दिन है तो ये हरकत ना करो इंसान के बच्चों की तरह। जो बात हम पढ़ रहे हैं सिर्फ उधर तक ही रहो ना, हमारे नबी पर क्यों आप बदजुबानी करते हो? आपके नबी ने तो खुद अपने हमल का जिक्र किया है, तो उसको आप ऑन करो, उसको फख्र से बयान करो, उधर ना जाओ। लेकिन है ही कुछ नहीं इनके पास सिवाय उस हरकत के कि आप नबी अलैहिस्सलाम पर जाकर भौंकते हैं, उनके बारे में अकबर करें, इसके अलावा उनके पल्ले कुछ है ही नहीं। वो ए ग्रुप हो या बी ग्रुप हो। लो मैं उतरता हूँ, क्या नाम है आपका? डिम्पल बॉय भाई साहब। जी जी आमिर आप भाई, ईद मुबारक, बहुत बहुत शुक्रिया आपका। ईद मुबारक आपको भी। जब तक मैं मौजूद हूँ किसी ने नहीं आपके पास आना। मैं पीछे हट जाऊंगा तो फिर आ जाएंगे, तो मैं फिर आ जाऊंगा। हाँ जी, उनको क्योंकि बुलाएं, उनके सामने आमिर भाई तहरीर रखें जी। आमिर भाई, ये डिम्पल भाई के वालिद के साथ भी इन्होंने कोई तशद्दुद करने की कोशिश की है, कुछ इस तरह का मामला सुनने में आया था। यार मेरे वालिद साहब को 2-2 लाख रुपए इन्होंने दिए मेरे वालिद साहब की सपारी, लेकिन अभी वो मेरे जो इलाके के SHO अभी इन्होंने खरीदे हुए, मैं कंप्लेन भी नहीं कर रहा उधर। किस जगह आपके बुजुर्ग? आपका गांव किस जगह? फैसलाबाद। फैसलाबाद में। जी। ये उबैदुल्ला भाई नजर आ रहे थे, पता नहीं उतर गए, ये भी फैसलाबाद से हैं। जी, मेरे वालिद साहब ये 4 बंदे गए, एक ने वीडियो बनाई है, लेकिन वो वीडियो नहीं अभी तक ये लीक कर रहे। वीडियो बनाई है और जो एक कादियानी था, तो दो मुसलमानों को इन्होंने सुपारी दी थी 2-2 लाख रुपये। हम्म तो बदतमीजी की मेरे वालिद के साथ, तो मुझ पे भी इधर हमला करवाया इन्होंने 5 बंदों ने। आप कहाँ पर हैं? मैं हॉलैंड में। अच्छा, तो आप पर क्यों या आपके वालिद साहब पर क्यों हमला करना चाहते हैं? इसीलिए ये जो मैं लाइव लगा कर बैठा हुआ हूँ। नहीं, वो तो ठीक है, लेकिन लाइव तो और भी लोग लगा के बैठे हुए हैं ना। आप पर खसूसी तौर पर ये मेहरबानी क्यों करना चाह रहे हैं? ये जो भी मुसलमान हो जाता है ना कादियानी, ये उसको तंग करते हैं, टॉर्चर करते हैं, किसी ना किसी तरीके से वापस लेकर जाते हैं ये। तो इनका ना मुझ पे जोर नहीं चल रहा, तो कोई तरीका भी नहीं इनका जो हो रहा पूरा, तो इसलिए अब ये एंड वाला जो हरबा इस्तेमाल कर रहे हैं। अच्छा, आप भी एक्स कादियानी हैं, आपके वालिद साहब भी कादियानी थे? नहीं, मेरे वालिद साहब अभी कादियानी है, मैं अकेला घर में मुसलमान। अभी वो कादियानी है तो फिर उन पर हमला क्यों? बस वैसे ही, पता नहीं, मुझे। आपने अकेले ने इस्लाम कबूल किया है? हाँ जी, मुझे डराने के लिए। तो वालिद साहब जो हैं वो भी कादियानियत में ही है? हाँ जी। अच्छा 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 अच्छा, तो उनको जी जी, मेरे भांजे को? हाँ हाँ जी हाँ जी हाँ जी, हाँ बताया था। नहीं, अगर इस तरह का मामला हो तो असल में तो ये इतने जोगे हैं तो नहीं, लेकिन अगर इस तरह की हरकत करें तो इनको पाकिस्तान में तो खैर बंदोबस्त इनका हो सकता है। पुलिस इनको तलाश ही कर रही होती है कि इस तरह के बदमाश कान टूटे जिनके ना कोई पैर है ना कोई
ये बदमाशी करें तो वो तो उठा के ले जाते हैं। पाकिस्तान में इन्होंने जो हमारे इलाके में SHO है ना वो खरीदे हुए हैं। अच्छा। फैसलाबाद अमर भाई ये थोड़े पैसे वालों स्ट्रांग ने ना, हम्म। ये जर्मन से पैसा इस वजह तो उत्थे इंह दी हरकतां करदे ने। ये सच में ऐसे ही है। जाहिद भाई कह रहे हैं। जो मेरे साथ मुसलमान थे ना उनको उठाकर उन्होंने बंद किया हुआ है, अच्छा अच्छा। लेकिन कादियानियों ने पैसा वो लगा दिया। मैं कह रहा हूँ जाहिद भाई कह रहे हैं कि जजे ने आज लानत डाल दी है मिर्जा साहब पर, तो वो तो आफ्ताब, क्या नाम था उसका, तारक आफ्ताब ने भी डाल दी थी। इनके यहाँ ये चलता है, लानत लूनत ये डाल के तो फिर कपड़े झाड़ के फिर खड़े हो जाते हैं। लानत कोई मसला नहीं है। ये महीने बाद जब चंदा देगा तो इसके सगीरा कबीरा गुनाह इस तरह के सारे माफ़ हो जाएंगे, फिर ये अपना नया सफ़र शुरू कर देगा। इसने आज लानत डाली है कि जो भी ईसा अलैहिस्सलाम की गुस्ताखी करता है और ईसा अलैहिस्सलाम को शहवत परस्त कहता है, बद ख्याल कहता है, गंदे ख्यालात वाला कहता है, या उनको झूठ बोलने की आदत है ये कहता है, या ये कहता है कि उनको उनके हाथ में मकर और फरेब के अलावा कुछ नहीं था, वो लानती है जो ऐसा कहता है। इसने लानत तो डाली है, लेकिन ये लानत इनकी जो है ना ये चलती है। हाँ वो तो मशहूर मेरे पास ही है, अभी उसकी ऑडियो अगर कहें तो मैं प्ले कर दूंगा, देखते मेरे मोबाइल में होगी। वो कह रहा है मिर्जा साहब पर भी लानत, अगर मिर्जा साहब ने इस तरह की कोई हरकत की है तो। वो उसने इमरान कालू ने नहीं डाल दी थी, वो कहता था जो भी मिर्जा है कादियान का उस पर लानत। हाँ उसने भी डाल दी थी, उसने भी डाल दी थी। लानत इनके यहाँ कोई मामूली सी बात है, लानत ये डालते रहते हैं। तो डिंपल भाई तुसी परेशान नहीं होना, टेंशन नहीं लेनी, इंशाल्लाह अल्लाह करम करेगा। नहीं परेशान मैं क्यों ना, मैं कौन सा डरता हूँ, लेकिन ये मुझे डराने के लिए मेरे घर वालों को टॉर्चर कर रहे हैं ना कि मैं डर जाऊं। कि अगर मिर्जा साहब ने भी झूठ बोले तो उन पे भी लानत हो, जिसने भी झूठ बोला है और जो भी झूठ बोल रहे हैं उन पे अल्लाह ताला की लानत हो। And I'm going to repeat again and again, लानतुल्लाह अलल काज़िबीन, लानतुल्लाह अलल काज़िबीन, लानतुल्लाह अलल काज़िबीन। देखिए तारक आफ्ताब बहुत इमोशनल है कि अगर मिर्जा साहब ने भी झूठ बोले तो उन पे भी लानत हो, जिसने भी झूठ बोला है और जो भी झूठ बोल रहे हैं उन पे अल्लाह ताला की लानत हो। And I'm going to repeat again and again, लानतुल्लाह अलल काज़िबीन, लानतुल्लाह अलल काज़िबीन, लानतुल्लाह अलल काज़िबीन। बहुत गुस्से वाला आदमी तारक आफ्ताब। इसने कहा अगर मिर्जा साहब ने झूठ बोला तो मिर्जा साहब पर भी लानत हो। कि अगर मिर्जा साहब ने भी झूठ बोले तो उन पे भी लानत हो, जिसने भी झूठ बोला है और जो भी झूठ बोल रहे हैं उन पे अल्लाह ताला की लानत हो। And I'm going to repeat again and again, लानतुल्लाह अलल काज़िबीन, लानतुल्लाह अलल काज़िबीन, लानतुल्लाह अलल काज़िबीन। बहुत जज्बाती आदमी है, अगर आप सुनेंगे ना। रिटर्न किए हैं कि जिसमें मैंने कहा है कि अगर मिर्जा साहब झूठ बोलते हैं तो उन पे भी लानत, तो इसमें कोई शक नहीं है। हर वो अहमदी मुसलमान इस पे कायम है कि जो भी झूठ बोलेगा अल्लाह ताला की उन पे लानतें पड़ेंगी और वो लान। हाँ ये देखें, वो कहता है कि ये सिर्फ मेरा अकीदा नहीं है, ये तमाम अहमदियों का अकीदा है कि अगर मिर्जा साहब ने भी झूठ बोला है तो मिर्जा साहब पर भी लानत हो। ये सुन लें कितनी साफ बात उसने कही है। खरा आदमी है तारक आफ्ताब। रिटर्न किए हैं
कि जिसमें मैंने कहा है कि अगर मिर्जा साहब झूठ बोलते हैं तो उन पे भी लानत। तो इसमें कोई शक नहीं है। हर वो अहमदी मुसलमान इस पे कायम है कि जो भी झूठ बोलेगा अल्लाह ताला की उन पे लानतें पड़ेंगी और वो लान। हाँ, देख लें, सारे अहमदी ये मानते हैं कि अगर मिर्जा साहब ने झूठ बोला तो मिर्जा साहब पे भी लानत। जज्जे ने कौन सी लानत? जज्जे ने भी यही कहा अगर मिर्जा साहब ने शातमियत की तो मिर्जा साहब पे भी लानत। ये कौन सी गलत बात जज्जे ने की है? ये तो कोई इनके ये मामूल का काम है। बड़ी अच्छी कौम है ये, और मानते। और जज्जे ने कहा है कि मिर्जा साहब को चाहिए था कि शायद का लफ्ज इस्तेमाल कर लेते ना, क्योंकि मिर्जा साहब ने शायद का लफ्ज इस्तेमाल नहीं किया कि शायद इस वजह से कुरान ने उनका नाम हसूर नहीं रखा। कहता यहाँ पर शायद होना चाहिए था। मिर्जा साहब को नहीं ना पता कि शायद होना चाहिए था यहाँ पे। क्यों जज्जे? मिर्जा साहब ਐਵੇਂ ਹੀ ਸੁਲਤਾਨ ਅਲ ਕਲਮ ਬਣੇ ਫਿਰਦੇ ਸੀ, ਤੁਹਾਨੂੰ ਭਜਾ ਗਏ ਨੇ। ਇਹ ਜੇ ਮਿਰਜ਼ਾ ਸਾਹਿਬ ਹੁੰਦੇ ਤੇ ਤੂੰ ਵੀ ਜਿੰਦਾ ਹੁੰਦਾ ਤੇ ਤੂੰ ਨਹੀਂ। ਉੱਥੇ ਲਫ਼ਜ਼ ਨਹੀਂ ਆਇਆ ਜੱਜੇ, ਉੱਥੇ ਲਫ਼ਜ਼ ਸ਼ਾਇਦ ਨਹੀਂ ਆਇਆ। ਇਹ ਤੇ ਤੂੰ ਦੱਸਿਆ ਕਿ ਇੱਥੇ ਲਫ਼ਜ਼ ਸ਼ਾਇਦ ਹੋਣਾ ਚਾਹੀਦਾ ਏ, ਉੱਥੇ ਨਹੀਂ ਹੈ। ਜਿਲਦ ਨੰਬਰ 18 ਹੈ, ਸਫਾ ਨੰਬਰ 220 ਹੈ, रूहानी खजाइन दी 218वीं जिल्द 220 सफ़ा दाफिल बलागतात। उत्थे लफ्ज़ शायद नहीं है, तू दस्या कि उत्थे लफ्ज़ शायद होना चाहिए। ते मिर्ज़ा साहब नहीं ना पाया लफ्ज़ शायद, तो फिर जे मिर्ज़ा साहब ने ईसा अलैहिस्सलाम की गुस्ताखी की है तो मिर्ज़ा साहब पर भी लानत हो। एंड आई एम गोइंग टू रिपीट अगेन एंड अगेन एंड अगेन, लानतुल्लाहि अलल काज़िबीन, लानतुल्लाहि अलल काज़िबीन। रिपीट करो बार बार और कहो कि अगर मिर्ज़ा साहब ने शातमियत की है ईसा अलैहिस्सलाम की तो मिर्ज़ा साहब पर भी लानत हो। आमर भाई, ये दुनिया की वाहिद कौम है जी अपनी मिर्जा कादियानी तो सियाणी है तो सियाने ने दी कोई शक नहीं है। अच्छा, वो जज्जा कह रहे किताब च गलती, किताब च कादी गलती? किताबत की गलती है, तबात की गलती। लो जी किताब च गलती है। मर गए था भाई, किताब तो अज तक छपती रही है, किसी ने नहीं उत्थे लिखिया कि किताबत की गलती है। तो फिर तू नवी किताब लिख लै जजिया, अपनी किताब दाफिल बला लिख, ते ओहदे च लफ्ज़ शायद पा। मिर्ज़ा साहब नूं तो शायद लफ्ज़ लिखना नहीं सी आउंदा, तू लिख शायद ये किससे रुकावट है, शायद कोई पक्की गल नहीं है, शक वाली गल है। अगली बारी जज्जा किताब छापेगा, किताब छापेगा ना तो जिथे शायद नहीं है ना उथे स्टार पा के मैं वो हवाला अब्दुल्ला सुनना जरा, म्यूट करना। ए पुरानियां कोई एक दो ऑडियो निकल आई ना, इनू जरा लंघ लेंदे मोटरसाइकिल वाले, सुनना जरा। अस्सलाम वालेकुम वरहमतुल्लाहि वबरकातुहू। मैं वो हवाला लगाऊंगा, नौजुबिल्ला अगर हम नहीं लगाया तो मेरी पूरी जमात झूठी। मैं तो पूरी जमात को लेकर खड़ा हूँ और आप अकेला भागते हो, अकेले तुम डरते हो। अब मेरी पूरी जमात, नौजुबिल्ला अगर हम हवाला ना लगाया तो झूठी हो सकती है, लेकिन मैं पूरा जमात को लेकर मैं खड़ा हूँ। लेकिन आपके पास कोई हिम्मत है? हमने पहले कहा जब हजरत मसीह मौऊद अलैहिस्सलाम सच्चे हैं, आप ये तस्लीम करना होगा, मैं हवाला देता हूँ। लेकिन उस पर भी आपने खड़ा नहीं हुए, उल्टी सीधी गाली दे रहे हो। मैं उस पर भी कहा ये भी हवाला लगाओ, रसूलुल्लाह ने अगर ऐसे दी है, साहबा कराम ने उस पर अमल किया, उन्होंने तबलीग करते हो किसी को गाली गलौज की है, तो ये भी हवाला लगाओ। ना वहां खड़ा हो पाए ना यहाँ खड़ा हो पाए, मैं तो अपने जगह पर खड़ा हूँ कि मैं हवाला लगाऊंगा। मैं खुदा की कसम खाकर कहता हूँ, जब मैं बुखारी का हवाला लगाऊंगा, जिसका कोई दुनिया का बेटा उसको खत्म नहीं कर सकता वो हवाला के। लेकिन आप दोनों पर खड़े हो जाओ, अब मैं हवाला लगाऊंगा, लेकिन आप दोनों का हवाला लगाएं, अब मैं लगाने के लिए तैयार हूं। लेकिन आप दोनों में से एक बात पे भी कायम नहीं हो। मोहतरम मोहम्मद अयूब नेपाली, उन्हें अपना नाम ही दस्या, मोहम्मद अयूब नेपाली।
یہ بادشاہ بڑے فخر والے لوگ. ہاں جی آزاد ہائی کورٹ صاحب، ایک بندہ آپ لوگوں سے سنبھالا نہیں جا رہا، وہ چیلنج پہ چیلنج کر رہا ہے. کیا عدالتیں ہیں تو کیا سپاہی ہے تو کیا نقلی گورنمنٹ بنائی ہوئی ہے. ایک بندہ تھوڑے کو سنبھالیا نہیں جا رہا، عامر نذیر. ਇਹ ਮਸਲਾ ਇਹ ਹਕੀਮ ਰਾਸ਼ਦ ਸਾਹਿਬ ਦੱਸ ਰਹੇ ਨੇ ਉਹਨਾਂ ਨੂੰ ਕਿ ਇੱਕ ਬੰਦਾ ਤੁਹਾਡੇ ਕੋਲ ਕਾਬੂ ਨਹੀਂ ਆ ਰਿਹਾ ਤੇ ਤੁਸੀਂ ਇੱਥੇ ਨਹੀਂ ਪਾਈ ਹੈ. मैं शर्म दिलाना चाहता हूँ अपने उन बेगैरत अहमदी भाइयों को ਇਹ ਬੰਬਾਸਟਿਕ ਸਾਹਿਬ ਦੀ ਆਵਾਜ਼ ਹੈ ਜਿਹੜੇ ਇੱਥੇ ਨਹੀਂ ਸੀ ਅੱਗੇ ਜਿਹੜੇ ਗੁਫ਼ਤਗੂ ਕਰ ਰਹੇ ਸੀ, ਇਹ ਉਹਨਾਂ ਦੀ ਗੱਲ ਗੌਰ ਨਾਲ ਸੁਣੋ. मैं शर्म दिलाना चाहता हूँ अपने उन बेगैरत अहमदी भाइयों को जो कि बेशर्म होकर इस ग्रुप में बैठे हुए हैं और एडमिन बन के बैठे हुए हैं. और तुमको बगैर तो शर्म नहीं आती कि अपने आका मौला का इंसल्ट करवाते हो. और ये दो दो पैसे के गंदे पलीत मुल्ला जो हमारे आका मौला हजरत मसीह मौत को मिर्जा कादियानी और पता नहीं क्या क्या अपने गंदे मुंह से बकवास करते हैं, लानती बेगैरत, तीनों दुनिया के धुतकारे हुए, और तुम बैठ के ये देखते हो. शर्म करो बगैर तो कि इस चीमे के इस चिड़िया घर को, वो भी दुनिया का सबसे बड़ा बुढ़ा बेगैरत है कि जिसमें ना तो दीन की शर्म है और ना दुनिया की, बस दुनिया ही दुनिया. उस बेगैरत ने तो पता नहीं इन हरामजादों से वोट लेने हैं, इन गंदे अंडों से. वो तो पता नहीं शायद एक जसूस है जमात अहमदिया में जो कि कहता फलाने भाई इधर आ जाओ, फलाने भाई इधर आ जाओ. वो बुढ़ा झूठा लानती जो कि कहता है कि मैंने सारे ग्रुप छोड़ दिए हैं, मेरी सेहत खराब है और इनकी वो अपना जसूसी कर रहा है और इनके तलवे चाट रहा है इन गंदे अंडों के. और शर्म करो, और गैरत करो, अभी भी छोड़ दो इस चिड़ियाघर को और इन मुल्लाओं को लड़ने दो आपस में, क्योंकि यही इनकी तकदीर है. बरेलवी काफिर और देवबंदी काफिर. और शर्म करो अहमदियो, खुदा के लिए छोड़ दो, और छोड़ दो ये एडमन का लॉलीपॉप लेना इनसे. और क्यों अपनी गैरत को बेच रहे हो यहाँ पे? कुछ शर्म करो. और तुम में हजरत मसीह मौत की गैरत नहीं है. नहीं है यार, नहीं है तो ना सही, जे नहीं है तो की करिए. ਰਾਣਾ ਰਾਸ਼ਦ ਦੇ ਮੁਤਲਕ ਕਹਿ ਰਿਹਾ, ਰਾਣਾ ਰਾਸ਼ਦ ਨੇ ਰਮਜ਼ਾਨ ਦੇ ਵਿੱਚ ਵੀ ਇੱਕ ਦਿਨ ਬਰਾੜ ਲਾਈ ਸੀ ਆਮਰ ਭਾਈ. ਅੱਛਾ ਅੱਛਾ, ਮੁੜ ਕੇ ਫਿਰ ਉਹਦਾ ਉਹੀ ਹਾਲ ਕੀਤਾ ਉਹਨੇ, ਫਿਰ ਨਹੀਂ ਚਲਾਈ. ਰਾਣਾ ਰਾਸ਼ਦ ਦੀ ਗੱਲ ਕਰ ਰਿਹਾ ਨੇ ਬਸ. ਨਹੀਂ ਇਹ ਚੀਮਾ ਦੀ ਗੱਲ ਕਰ, ਇਫਤਖਾਰ ਚੀਮਾ. अच्छा 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 अच्छा. ऐ सुनो, तुमने तो अपनी तरफ से बड़ा पहाड़ उठाया है, तो हमारे लिए आजम सैफी जो है ये एक कीड़ी की मानंद था या गंदे अंडे की तरह था. अगर वो निकल गया तो हमें तो उसकी कोई परवाह नहीं है. ठीक है, वो एक गंदा अंडा था, सूखा पत्ता था, झड़ गया. लो जी, आजम सैफी एक गंदा अंडा सी और सूखा पत्ता सी. लानत पहुंच जाता, जान दो, दफा करो. है मसला जी. मगफरत के लिए दुआ करते हैं हज़रत मसीह मौद अलैहिस्सलाम की. मैं तो सुबह भी फजर के नमाज के बाद सीधा जो हज़रत अक़दस मसीह मौद अलैहिस्सलाम की कब्र में जाता हूँ और मगफरत की दुआ करता हूँ. इसके अलावा तो और कोई दुआ नहीं होती उनके लिए. ਇਹ ਮਿਰਜ਼ਾ ਸਾਹਿਬ ਦੀ ਕਬਰ ਤੇ ਜਾ ਕੇ ਮਿਰਜ਼ਾ ਸਾਹਿਬ ਦੀ ਮਗਫਰਤ ਦੀ ਦੁਆ ਕਰਦੇ ਨੇ ਸਾਰੇ ਰਲ ਮਿਲ ਕੇ, ਵੀ ਜੇ ਤੇ ਮਿਰਜ਼ਾ ਸਾਹਿਬ ਦੀ ਮਗਫਰਤ ਹੋ ਗਈ ਤੇ ਸਾਡੀ ਵੀ ਹੋ ਜੇਦੀ. ਮੁਸੀਬਤ ਇਹ ਵੇ ਕਿ ਮਿਰਜ਼ਾ ਸਾਹਿਬ ਦੀ ਮਗਫਰਤ ਨਹੀਂ ਨਾ ਪਈ ਹੁੰਦੀ, ਇਹਨਾਂ ਕੋਲੋਂ ਬੜਾ ਮਸਲਾ ਬਣਿਆ. देखिए आप माने या ना माने, ਨਹੀਂ, ਮਿਰਜ਼ਾ ਸਾਹਿਬ ਦੀ ਮਗਫਰਤ ਕਰਾਉਣ ਵਾਸਤੇ ਮਸਲਾ ਬਣਿਆ. क्या करके बैठे हुए बशीरुद्दीन मामून ने क्या गंद पाया हुआ है एमडीएच, ये क्या करके बैठा. इसके बाद सामने कराम मैं मिर्जा मसूद से भी कहता हूँ कि ए सादा एमडीयू, आपका ये नाम निहाद खलीफा, मैं कहता हूँ नाम निहाद, बल्कि मैं ये कहता हूँ मेरे ईमान के मुताबिक ये बलाए कादियान का खरपैंच है.
तुम इसको कहती हो खलीफा है, कोई खलीफा शरीफा नहीं है। ये बलाए कादियान का खरपैच, मैं कसम खाकर मेंबर रसूल सम पर खड़े होकर कहता हूँ ये बात, दौरे हाजिर का फिरौन है, बल्कि उससे भी बदतर और ज़ालिमतर है बंदा। मैं खुदा की कसम खा के कहता हूँ जिसके कब्ज़े में मेरी जान है कि मैं सच्चा हूँ और सादिक हूँ, और ये फिरौन से बदतर है वो फिरौन जिसका कुरान करीम में जिक्र है, जो मूसा साहब के पीछे भागा था। ये उससे ज्यादा जालिम है, उससे ज्यादा बदतर इंसान है। अलावा इसके सामने किराम आप खुद देखिए, अगर ये सच्चाई इनके पास हो, मिर्जा मसूद के पास, तो मुझसे भागता क्यों है? मेरे साथ मुनाजरा, मेरे साथ मुबाला क्यों नहीं करता? मैं खड़ा हूं मैदान में। और अल्लाह ताला आपके, मैं मसूद से कहता हूं कि अल्लाह ताला आपके इस मकर, दजल और फरार को खूब जानता है कि जो आपने किया हुआ है इस साजिश के साथ, मेरी जमात के साथ। ये बुरी तरीका है जो फिरौन ने बनी इसराइल के साथ किया था। वो जालिम था, वो तो बादशाह था ना। आप मरदूदों के निजाम के साथ ये बादशाह बन के बैठ गए हो, वही कार्रवाई कर रहे हो फिरौन वाले। अगर अल्लाह ना करे कोई ऐसा वक्त आ गया तो तुम किसी मुल्क की हुकूमत मिल गई, तुम करोगे क्या लोग? मैं कभी सोचता हूँ तो मुझे खौफ से कांपने लग गया, तुम इतने जालिम लोग हैं, ये तो कचूमर निकाल देगा लोगों का। तो बहुत बड़ा मसला है। ये पॉइंट जंबा साहब ने बिल्कुल सच कहा, अगर इनके पास हुकूमत जीशान, तो खेल देंगे। जीशान, तुमने हर तरह से घुमाया हुआ है कि मैंने छाने नहीं किया था, मैंने ये किया था, और मैंने बात इसलिए की थी कि तुम डर जाओ, क्योंकि खुदा ताला ने मिर्जा गुलाम अहमद की सदाकत मुझे बताई है। तुम डर जाओ, और तुम लोग मुझे यहाँ पे अपना एड्रेस दो, मैं अगले महीने इंडिया आ रहा हूं, और तुम अपने उलमा लेके, हम अपने उलमा लेके एक जगह विद पुलिस के ऊपर गुफ्तगू होगी। कोई माई का लाल आप में से मैदान नहीं आएगा, क्योंकि हम जहाज तलवार का नहीं कलम का करते हैं। वो तुम्हें क्लियर करेंगे। अगर माँ का पिया ना दूध तो मैदान में आ जाना, मैं अगले महीने आ रहा हूँ इंडिया। और ये जो तरीरे मुझे बांटते फिरते हो ना कि मैंने तुम्हें सिर्फ डराने के लिए किया था, तुम बड़े अबली सिफ्त के इंसान हो, और तुम्हें खुदा तला तेरी खाक उड़ा देगा, तेरे टुकड़े उड़ा देगा। एडा गंदी नस्ल की तुम हो, हमें ऐसा लफ्ज बोलने का हुक्म नहीं है, फिर भी बोल रहे हैं। मैं तेरे लिए दुआ कर रहा हूँ, बच जा, नहीं तो खुदा तला दी पकड़ जाएगा। अगर तुम माला पीता ना दूध तो फिर वहां पे आओ मैदान में, मैं आ रहा हूँ अगले महीने। तुम्हारी वजह से तमाम मुसलमान कत्ल हो रहे हैं, तुम लोगों की वजह से। तुम लोगों के खुदा को बुरा बोलते हो, और हिंदू है जे मसला ਇਹਨਾਂ ਨਾਲ ਬਹੁਤ ਜ਼ਿਆਦਾ ਮਸਲੇ ਮਸਾਇਲ ਨੇ, ਇਹ ਨਹੀਂ ਨਾ। आमिर भाई है कौन है? हाँ जी जी आमिर भाई है कौन सी ਜਿਹੜਾ ਜਿਹਨੂੰ ਬੜੇ ਮਸਲੇ ਸਨ? ਮੈਂ ਆ ਰਿਹਾ ਅਗਲੀ ਵਾਰੀ। ਇਹਦਾ ਨਾਂ ਲਿਖਿਆ ਬੇਬਸ ਮਿਰਜ਼ਾਈ। ਉਹ ਅੱਛਾ ਜੀ, ਇਹ ਕੋਈ ਬੇਬਸ ਮਿਰਜ਼ਾਈ ਹੈ, ਤੇ ਪਤਾ ਨਹੀਂ ਇਹਦਾ ਨਾਂ ਨਹੀਂ ਇਸ ਵੇਲੇ। भाई साहब बात यह है, अगर तो आप इन बातों को समझना चाहते हैं तो मैं समझा देता हूँ, लेकिन अगर आप बहस करना चाहते हैं और जिदबाजी और समझते हैं कि आपको जितना इल्म है उसके आगे कोई किसी को इल्म नहीं है, तो ये फिर आप अपने पास रखें। लेकिन मैं आपको बताऊं कि कामयाब वो आदमी होता है जो दूसरे की बात को सुनता है, उसको गौर करता है, दिल में बिठाता है कि यार हो सकता है कि मैं ही गलत हूं। तो मैं आपको ये समझाना चाहता हूं कि हदीस से पहले कुरान पाक का रुतबा है, जो अल्लाह ताला का कलाम है, और अल्लाह ताला ने उसकी हिफाजत का जिम्मा खुद लिया है। इन्ना अनज़लना ज़िक्रा व इन्ना लहू लहाफ़िज़ून, हमने ही इस जिक्र को उतारा है। ਇਹ ਕਿਹੜੀ ਆयत है? ये सुनियो जरा दोबारा। भाई साहब बात यह है, अल्लाह माफी दे, ऐसी जहालत है, ऐसी गलाजत है। मैं
उस दिन इस बात का जवाब दे रहा था कि हज़रत अब्दुल गफ्फार जंबा अलैहिस्सलाम ने जो कहा था कि 2021 तक मिर्ज़ाइयों की खिलाफत की साफ लपेटी जाएगी, तो 2021 के दिसंबर में वो फोन कॉल निदा की आ तो गई थी। तुम सारी दुनिया में रुसवा तो हो रहे हो या नहीं हो रहे हो? तुम्हारा खलीफा कुत्ते की जैसी उसके साथ हो रही है, तुम्हारे खलीफे के साथ, जाली खलीफे के साथ। गैर शरी नबी की तो खिलाफत ही कोई नहीं होती। 16 गैर शरी नबी का जिक्र है कुरान में, किसी एक की भी खिलाफत नहीं थी। और लानती हो, तुमने कहां से खिलाफत कायम कर दी? साफ तो तुम्हारी लपेटी जानी है। अगर तुम्हें जम्मा साहब के ऊपर इतराज है कि बिल्कुल साफ क्यों नहीं लपेटी गई, तो फिर तो तुम्हें हज़रत मसीह मौला इस्लाम के ऊपर भी इतराज होगा। उन्होंने कहा था कि मोहम्मदी बेगम के साथ मेरी शादी होगी, अल्लाह ने मुझे बताया, तो शादी तो नहीं हुई दुनिया में। क्या जवाब है तुम्हारे पास इस बात का? और लानती आदमी, कुछ इतराज करने से पहले कुछ सोच तो लिया करो। उस दिन मैं जवाब दे रहा था, जब मैंने ये जवाब दिया तो तुमने मुझे ग्रुप से निकाल दिया। बर्दाश्त करते खबीस इंसान, बर्दाश्त करते, जवाब देते मुझे इस बात का। फिर हज़रत मसीह मौला इस्लाम को नाउज़ुबिल्लाह झुठला दो तुम। अगर जम्बा साहब को झूठा साबित करने की कोशिश कर रहे हो, और मुझे इस बात का जवाब दे दो कि गैर शरी नबी की खिलाफत ही कोई नहीं होती। कुरान से साबित हो रहा है कि नहीं होती। हजरत आदम अलैहिस्सलाम से लेकर आज तक किसी गैर शरी नबी का नाम बता दो और उनके खलीफों का नाम बता दो। अपनी कितने मसले मसाइल। अस्सलाम वालेकुम। मैं चलो भाई, है कोई थल्ले गाहक कि कोई नहीं? डिम्पल बॉय जी, कादियानी है लेकिन वो है ना, आ नहीं रहे। औज़ु बिल्लाहि मिनश शैतानिर रजीम, बिस्मिल्लाहिर रहमानिर रहीम। या अय्युहल्लज़ीना आमनू अतियुल्लाह व अतियुर रसूल व उलिल अम्रि मिनकुम फ़इन तनाज़अतुम फ़ी शैइन फ़रुद्दूहु इलल्लाह। ये वो आयत है जिसमें फरुद्दू इल्लल्लाह आयत नहीं पढ़ के ना तेगू छाड़ देती है। लिखे फरुद्दू इल्लल्लाह। आप पर इत्तेफाक नहीं हुआ, मैंने एक बात की थी जिसको आपने पकड़ लिया है, ठीक है? अच्छा, आपने बात की है और वो मैंने पकड़ ली है, तो ऐसे ही लोग करते हैं ना। आपको नहीं पता मुनाजरा करने जाए तो बंदे के साथ क्या होता है। मैंने बात की और आपने पकड़ ली, हम पकड़ लिया करते हैं, ऐसे किया करते हैं। 5 इतराजात आपने बात की है, कहते पकड़ ही लिए, बात ही मेरे मुंह निकली तो पकड़ ही ली बात ही। आमिर भाई, इंसान ये बात शुरू हुई थी मेरी वजह से, और मुझे तो कह रहा तुम खामोश रहो, तुझे ये नहीं मालूम, तुझे इतना भी नहीं मालूम। अभी 2 दिन पहले की बात तू भूल गया और बकवास दुनिया भर की कर रहा है। इतनी तो तुझे तमीज नहीं है। इसी मारे तेरे कान के नीचे आके चटाचट मारे। तू बहुत बड़ा वाला अंडू है। की बोले ईशान भाई, आपका सैफी के साथ कोई मुनाजरा है? सैफी के साथ किया कि नहीं? आजम सैफी के साथ बड़ा लंबा चौड़ा मुनाजरा है, बड़े मुनाजरे हुए हैं। हाँ जी। सबसे ज्यादा तो वो कहता है कि मेरी बात ही आमिर नज़ीर से हुई है यहाँ पर। ये सुन लें, उसकी सुननी है बात आपने? हाँ जी, सुना दें। दिया था कि देखें, मुफ्सिद का जो एक मायना है वो हरामज़ादा भी है। और ख़ुद सनाउल अमर असरी साहब ने ये बात कही है कि एक बात को बयान करने में मुख्तलिफ अल्फाज जो है वो इस्तेमाल किए जा सकते हैं। उसके बावजूद भी आप कहते हैं कि भाई सनाउल अमर असरी साहब ने तो इजाज़त दे दी, लेकिन उनकी इजाज़त मुकम्मल नहीं है जब तक आप भी इजाज़त ना लें। तो मेरी तरफ से भी इजाज़त है। कुरान में, हदीस में, हज़रत मसीह मौद अलैहिस्सलाम की तहरीर में, सनाउल अमर असरी साहब की तहरीर में जहाँ कहीं मुफ्सिद का लफ्ज़ आता है, आप उसकी जगह हरामज़ादा का लफ्ज़ इस्तेमाल कर सकते हैं, क्योंकि मुफ्सिद अरबी का लफ्ज़ है, ठीक है। और उर्दू ट्रांसलेशन अगर इसकी करेंगे तो एक माइनस का हरामज़ादा भी होगा, जैसा कि लुगत के अंदर लिखा हुआ है, तो कर सकते हैं। इसमें क्या है? कुरान करीम के तराजिम आप उठा लो जी। वो कहते हैं कि जहाँ जहाँ मिर्ज़ा साहब ने लफ्ज़ मुफ्सिद लिखा हुआ है ना,
وہاں آپ لفظ حرام زیادہ استعمال کر سکتے ہیں۔ مرزا صاحب نے آخری فیصلہ اشتہار میں لکھا ہوا ہے کہ مولوی ثناء اللہ امرتسری نے مجھے دور دراز کے ملکوں میں مفسد، دکاندار اور ٹھگ مشہور کر دیا ہے۔ تو جہاں لفظ مفسد ہے وہاں حرام زیادہ کر لیں۔ سمجھ گئے کہ نہیں؟ ہاں جی ہاں جی وہ کہتے ہیں کہ جہاں مرزا صاحب نے لفظ مفسد لکھا ہوا ہے وہاں آپ لکھ دیں حرام زیادہ۔ تو یوں کر لیں کہ مولوی ثناء اللہ امرتسری نے مجھے دور دراز کے ملکوں میں حرام زیادہ، دکاندار اور ٹھگ مشہور کر دیا۔ تو غلطی سمجھ کر ہی اگنور کر دیجیے آپ بھی بھائی، میری بات کو بھی غلطی سمجھ کر ہی اگنور کر دیجیے نا صاحب۔ تو بھائی علامہ صاحب ہماری بات کو بھی سبقت لسانی سمجھ کر ہی اگنور کر دیجیے۔ ویسے تو اچھا، یہ معافیا مانگ کے ادھر واٹس ایپ پہ آیا ہوا ہے ہم سے، یہ دیکھا آپ نے؟ اس لیے تو یہ اب یہاں پہ بات نہیں کرتا نا، کہ وہاں پر اس کو معافیا منگوائی تھی واٹس ایپ پر۔ تو غلطی سمجھ کر ہی اگنور کر دیجیے آپ بھی بھائی، میری بات کو بھی غلطی سمجھ کر ہی اگنور کر دیجیے نا۔ واٹس ایپ پہ تو عامر بھائی آپ سے معافی ہی مانگتا رہتا تھا، پیروں میں ہی بیٹھا رہتا تھا، یہاں پہ آگے دیکھیں اس کی ادائیں۔ ہاں جی ہاں جی، یہاں پر ان کو مل گئے ہیں نا وہ والے فدو مرزائی مل گئے ہیں، آ کے اپنا اس نے دکانداری چنگی چمکا لی ہے۔ اب وہ گھڑی پہنی ہوتی ہے اس کی کس کمپنی کی، اور اینک شینک لگائی ہوتی ہے، اور کمپیوٹر لیپ ٹاپ، کیونکہ یہ مل گئے ہیں نا جو اس کو پیسے شیسے دے کے انہوں نے کہا چلو تم یہ کرو نا ادھر بیٹھ کے تبلیغ، تو ضرورت نہیں ہے۔ عامر نذیر سے بات نہ کرنا، کیونکہ عامر نذیر سے بات کرو کہ پھر یہاں پہ ٹک ٹاک پہ بھی اگر معافی مانگ لی تو پھر بات مناظرہ لوگوں سے کیا کرنا۔ تو عامر نذیر کو چھوڑ چھاڑ کے باقی سب جو بھولا بھلا مسلمان چڑھ جائے اس کے ساتھ بات کرو۔ یہاں پہ وہ بڑا شیر بنا ہوا ہے، اللہ ان کو ہدایت ہے۔ آپ ٹھیک ہے بھائی، آپ اس کے ساتھ مناظرہ رکھیں نا، ٹک ٹاک پہ بھی ان کے ساتھ رکھیں، یہ قادیانیوں کا جو ہیرو بنا ہوا ہے نا۔ بھائی وہ کہتا ہے کہ میں نے اس سے تو بات کرنی نہیں ہے نا، جو مرضی ہو جائے، ادھر کا سورج ادھر سے نکل آئے نا، مشرق کی بجائے مغرب سے نکل آئے، اس سے میں نے بات نہیں کرنی۔ یہ بات وہ کہتا ہے پتھر پہ لکیر ہے، تو یہ وہ اکیلا نہیں کہتا، سلیم میر بھی کہتا ہے اس سے بات نہیں کرنی، یہ بھی کہتا ہے اس سے بات نہیں کرنی۔ سویرے دو مرزائی نہ چڑھے ہوئے تھے ادھر طلعت ملک کی براڈ پہ، جواد اور دوسرا پتہ نہیں کمالت اسلام تھا، تو میں بھی ایک موقع دیکھ رہا تھا، مجھے موقع لگا تو میں بھی چڑھ گیا اوپر۔ جیسے ہی میں چڑھا ہوں وہ بائی چانس اس کی براڈ بھی گر گئی نا، آدھا منٹ یا 1 منٹ ہی میں اوپر بھی، میں نے مائک بھی نہیں کھولا تو براڈ اس کی گر، وہ دھڑکی لگا کے براڈ تو اس نے دوبارہ آن کر لی اسی وقت ہی 2 منٹ کے اندر اندر ہی، لیکن یہ وہاں سے بھاگ گئے۔ انہوں نے تو جا کے نفل شکرانے کے پڑے ہیں کہ جان چھٹ گئی ہے، آ گیا جی کام خراب ہو جائے، دوڑ گئے وہاں سے۔ بعد میں آگے نیچے کمنٹ کر رہا تھا جواد۔ بہرحال ٹھیک ہے، اب کوئی نہیں، کسی نے آنا۔ ڈمپل بوائے صاحب آپ کا اصلی نام کیا ہے یار؟ رانا تنویر میرا نام۔ رانا تنویر بھائی، جی اب مرزائیوں نے ادھر نہیں آنا، بلکہ باہر دیوار پہ بیٹھ کے انہوں نے سننا ہے جب تک میں ادھر ہوں۔ تو انشاءاللہ میں نظر رکھوں گا آپ کی، آپ کو میں نے فالو کیا ہوا ہے، آپ فرینڈ لسٹ میں میری، بلکہ میرے حال شاید میں نے بھی آپ کو فالو کیا، آپ نے بھی مجھے کیا، تو جی جیسے ہی کہیں کوئی مرزائی آپ نے گھیرا تو انشاءاللہ پھر آ کے بات کریں گے ان سے۔ جی جی کیوں نہیں۔ تب تک کے لیے اللہ حافظ۔ جی جی اوکے اوکے۔ اللہ حافظ، بہت شکریہ۔